ਨਾਮ ਤਨਵੰਤ ਭਾਗਠ ਸਚ ਨਾਏ। ਹਰ ਗੁਣ ਗਾਵਹਿ ਸਹਿਜ ਸੁਭਾਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਤਾ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨ ਮੂਲ। ਭਰੇ ਭੰਡਾਰ ਅਖੂਟ ਅਤੁਲ। ਖਾਵਹਿ ਖਰਚਹਿ ਰਲ ਮਿਲ ਪਾਈ। ਤੋਤ ਨ ਆਵੈ ਵਧ ਦੂਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਸੋਏਤ ਖਜ਼ਾਨੈ ਲਿਆ ਰਲਾਏ। ਡੰਡਾਉਤ ਬੰਧਨ ਅਨਕ ਬਾਰ। ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਤੇਗ ਬਹਾਦਰ ਸਿਮਰਿਆ। ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ। ਨੂਰ ਅਰਸਹੁ ਕੁਰਸਹੁ ਚੱਟੀ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀ। ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਦੈ ਸਾਹ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾਵੇ ਸਾਹ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾਵੇ ਸਾਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਸੋਈ ਸੁਕੜ ਸੋ ਜਾਨੇ। ਤਿਨਹਿ ਸੋਹਣਿਆ ਦੁਖ ਸੁਖ ਮੇਰਾ। ਤਉ ਬਿਦ ਨਿਕੇ ਖਟਾਨੇ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਸੋਈ ਸੁਕੜ ਸੋ ਜਾਨੇ। ਤਿਨਹਿ ਸੋਹਣਿਆ ਦੁਖ ਸੁਖ ਮੇਰਾ। ਤਉ ਬਿਦ ਨਿਕੇ ਖਟਾਨੇ। ਜੇ ਕੇ ਏਕ ਹੀ ਪਹਿਮਾਨੇ। ਆਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੇ। ਰਹਾਉ ਅੰਮ੍ਰਿਤ ਨਾਮ ਨਿਰਮੋਲ ਹੀਰਾ। ਗੁਰ ਦੀਨੋ ਮੰਤਾਨੇ। ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ। ਪੂਰਨ ਹੋਏ ਤ੍ਰਿਪਤਾਨੇ। ਓਏ ਜੋ ਬੀਚ
हम तुम कछ होते, तिनके बात बिलाने, अलंकार मिल थैली होई है, ताते कनक वखाने, प्रगट्यो जोत सहज सुख शोभा, बाजे अनहत बाने, कहो नानक नेह चल कर बाध्यो, गुर कियो बंधाने, प्रगट्यो जोत सहज सुख शोभा, बाजे अनहत बानी, कहो नानक नेह चल कर बाध्यो, गुर कियो बंधाने। वाहिगुरु जी का खालसा, वाहिगुरु जी की फतेह। जुगो जुग अटल चवर छतर तखत दे मालक, दसां ही पातशाहियों की आत्मक जोत, धन धन श्री गुरु ग्रंथ साहिब महाराज सच्चे पातशाह जी दी पावन पवित्र हजूरी अंदर, धन धन श्री गुरु तेग बहादुर साहिब सच्चे पातशाह महाराज जी दे चरण छो अस्थान गुरुद्वारा दुख निवारण साहिब जी विखे अमृत वेले तो सुंदर दीवान सजे हैं। सजे हुए दीवाना विच हुणे आप संगतां ने श्री आसा दी वार दा कीर्तन सरवण कीता है। आओ गुरु संगत जी, जो इस स्थान दी मर्यादा अनुसार अमृत वेले जो सतगुरु जी ने प्रकाशमान हो के साडे जीवां दी कल्याण वास्ते पावन उपदेश मुखवाक दे रूप विच बख्शिश कीता है, उस पावन शब्द दी विचार नूं सरवण करन वास्ते आप समुचियां संगतां इकत्र होए हो। गुरु चरनां विच अरदास करिए, सतगुरु कृपा करो, रहमत करो। आप ही अपना मेहर भरिया हाथ रख के अपने इस पावन मुखवाक दी विचार करवा लवो। समुचियां ही संगतां एक बार करो रसना नूं पवित्र प्रेम सत्कार सहित लवाओ हाजरियां, उचारण करो जी सतनाम श्री वाहिगुरु साहिब जी। तनासरे महला पंजवा। अज दा ये पावन मुखवाक तनासरी राग है। शहीदां दे सरताज धरन गगन नव खंड में जोत स्वरूपी रहे भार, भान मथुरा कछ भेद नहीं गुर अर्जन प्रत्यक्ष हर। ऐसे दीन दयाल सतगुरु पंचम पातशाह श्री गुरु अर्जन देव पातशाह महाराज जी का उच्चारण किया होया पावन शब्द 671 ਅਤੇ 72 अंग ते पावन शब्द सुशोभित है। जिसका तन मन धन सब तिसका, सोए सोकड़ सो जाने। इस पावन शब्द दे अंदर शहीदां दे सरताज धन गुरु श्री गुरु अर्जन देव पातशाह महाराज जी ने उस परमात्मा वाहिगुरु जी नूं श्रेष्ठ घाड़तां घड़न वाला दर्शाया है। वैसे तां
ਇਹ ਸਾਰਾ ਸੰਸਾਰ ਉਸ ਪਰਮਾਤਮਾ ਵਾਹਿਗੁਰੂ ਜੀ ਦੀ ਆਪਣੀ ਹੀ ਰਚਨਾ ਹੈ ਅਤੇ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਉਪਦੇਸ਼ ਅੰਦਰ ਬਖਸ਼ਿਸ਼ ਕਰਦੇ ਹਨ ਕਿ ਜਿਸ ਪਰਮਾਤਮਾ ਵਾਹਿਗੁਰੂ ਜੀ ਨੇ ਇਸ ਮਨੁੱਖਾ ਸਰੀਰ ਨੂੰ ਬਣਾਉਣਾ ਕੀਤਾ ਹੈ, ਮਨੁੱਖ ਦੇ ਸਰੀਰ ਦਾ ਵਜੂਦ ਕੀ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ, ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮਾਂ ਕੀ ਰਕਤ, ਮਾਂ ਦੇ ਲਹੂ ਤੋਂ, ਪਿਤਾ ਦੀ ਬਿੰਦ ਧਾਰਾ ਤੋਂ। ਇਹ ਬਹੁਤ ਸੁੰਦਰ ਜਿਹੜਾ ਮਨੁੱਖਾ ਸਰੀਰ ਹੈ, ਇਹ ਘੜਨ ਵਾਲਾ ਕੌਣ ਹੈ? ਪਰਮਾਤਮਾ ਆਪ ਹੀ ਹੈ। ਭਾਵੇਂ ਸਾਇੰਸ ਨੇ ਦੁਨੀਆ ਵਿੱਚ ਬੜੀ ਤਰੱਕੀ ਕੀਤੀ ਹੈ, ਪਰ ਇਹ ਮਨੁੱਖਾ ਸਰੀਰ ਵਰਗਾ ਸਰੀਰ ਉਹਦੇ ਕੋਲੋਂ ਵੀ ਤਿਆਰ ਨਹੀਂ ਕੀਤਾ ਗਿਆ। ਆਪਾਂ ਦੇਖਦੇ ਹੀ ਹਾਂ ਕਿ ਸਰੀਰ ਦੇ ਅੰਗ ਕਿੰਨੇ ਜ਼ਿਆਦਾ ਅਮੋਲਕ ਹਨ। ਇਹ ਸਰੀਰ ਦੇ ਉੱਤੇ ਨੇਤਰ ਨੇ, ਨਾਸਕਾ ਹੈ, ਮੁਖ ਹੈ, ਜੀਭਾ ਹੈ, ਹੱਥ ਨੇ, ਪੈਰ ਨੇ। ਜਦੋਂ ਕਿਸੇ ਨਾ ਕਿਸੇ ਤਰ੍ਹਾਂ ਕੋਈ ਘਟਨਾ ਵਾਪਰ ਜਾਵੇ, ਮਨੁੱਖ ਲੱਖ ਯਤਨ ਕਰੇ, ਪਰ ਫਿਰ ਵੀ ਇਸ ਸਰੀਰ ਦੇ ਜਿਹੜੇ ਅੰਗ ਨੇ ਉਹ ਗਏ ਹੋਏ ਦੁਬਾਰਾ ਨਹੀਂ ਪ੍ਰਾਪਤ ਹੋ ਸਕਦੇ। ਭਾਵੇਂ ਮਨੁੱਖ ਕੋਲ ਕਿੰਨਾ ਵੀ ਪੈਸਾ ਕਿਉਂ ਨਾ ਹੋਵੇ, ਕਿੰਨੀ ਵੀ ਤਰੱਕੀ ਕਿਉਂ ਨਾ ਸਾਇੰਸ ਨੇ ਕੀਤੀ ਹੋਵੇ। ਇਸ ਕਰਕੇ ਗੁਰਦੇਵ ਦਰਸਾਉਂਦੇ ਹਨ ਕਿ ਉਹ ਪਰਮਾਤਮਾ ਵਾਹਿਗੁਰੂ ਜੀ ਨੇ ਹੀ ਇਹ ਸਰੀਰ ਜਿਹੜਾ ਸਥੂਲ ਦੇਹ ਹੈ, ਇਸ ਨੂੰ, ਇਸ ਦੀ ਘਾੜਤ ਨੂੰ ਘੜਿਆ ਹੈ। ਅਤੇ ਇਸ ਸਰੀਰ ਦੇ ਵਿੱਚ ਜੇ ਚੇਤਨ ਸੱਤਾ ਨਾ ਹੋਵੇ, ਜਿਸ ਨੂੰ ਮਨ ਕਿਹਾ ਗਿਆ ਹੈ, ਜੋ ਇੰਦਰੀਆਂ ਅਤੇ ਆਤਮਾ ਦੇ ਵਿਚਕਾਰ ਸੱਤਾ ਕੰਮ ਕਰਦੀ ਹੈ, ਜਿਸ ਨੂੰ ਵਿਦਵਾਨ ਅੰਤਸ਼ਕਰਨ ਵੀ ਕਹਿੰਦੇ ਹਨ, ਉਹ ਮਨ ਹੈ। ਤੇ ਮਨ ਦੁਆਰਾ ਹੀ ਜੀਵ ਨੂੰ ਸਾਰੀ ਸੋਝੀ ਹੁੰਦੀ ਹੈ। ਜੇ ਮਨ ਨਾ ਕੰਮ ਕਰੇ, ਚੇਤਨ ਸੱਤਾ ਅੰਤਸ਼ਕਰਨ ਨਾ ਕਾਰਜ ਕਰੇ, ਫਿਰ ਆਪਾਂ ਦੇਖਦੇ ਹੀ ਹਾਂ ਕਿ ਮਨੁੱਖ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪਾਗਲ ਹੈ, ਇਸ ਨੂੰ ਕੋਈ ਸੋਝੀ ਨਹੀਂ। ਇਸ ਕਰਕੇ ਇਹ ਸਰੀਰ ਬੜਾ ਸੁੰਦਰ ਹੈ, ਬੜਾ ਕੀਮਤੀ ਹੈ, ਪਰ ਜੇ ਸਰੀਰ ਦੇ ਵਿੱਚ ਮਨ ਨਾ ਹੋਵੇ ਤੇ ਫਿਰ ਇੱਕ ਮਿੱਟੀ ਦੇ ਪੁਤਲੇ ਤੋਂ ਸਿਵਾ ਹੋਰ ਕੁਝ ਵੀ ਨਹੀਂ। ਆਪਾਂ ਦੇਖਦੇ ਹੀ ਹਾਂ ਜਿੱਥੇ ਸਾਇੰਸ ਨੇ ਤਰੱਕੀ ਕੀਤੀ ਹੈ, ਭਾਵੇਂ ਇੱਕ ਪੁਤਲਾ ਭਾਵੇਂ ਤਿਆਰ ਕਰ ਲਵੇ, ਪਰ ਇਸ ਪੁਤਲੇ ਦੇ ਵਿੱਚ ਜਿਹੜੀ ਚੇਤਨ ਸੱਤਾ ਹੈ, ਜਿਹੜਾ ਮਨ ਹੈ, ਉਹ ਭਾਵੇਂ ਕਿੰਨੇ ਵੀ ਪੈਸੇ ਕਿਉਂ ਨਾ ਖਰਚ ਦਿੱਤੇ ਜਾਣ, ਕਿੰਨੀਆਂ ਵੀ ਵਿਦਵਾਨਾਂ ਦੀਆਂ ਉਹਦੇ ਵਿੱਚ ਦਿਮਾਗ ਕੰਮ ਕਰਨ, ਪਰ ਫਿਰ ਵੀ ਇਹ ਜਿਹੜਾ ਮਨ ਹੈ ਉਹ ਨਹੀਂ ਪਾ ਸਕਦੇ। ਇਸ ਕਰਕੇ ਉਹ ਪਰਮਾਤਮਾ ਵਾਹਿਗੁਰੂ ਜੀ ਹੀ ਸ਼੍ਰੇਸ਼ਟ ਘਾੜਤਾਂ ਨੂੰ ਘੜਨ ਵਾਲੇ। ਪਾਵਨ ਗੁਰਬਾਣੀ ਵਿੱਚ ਸਤਿਗੁਰਾਂ ਨੇ ਮਨ ਨੂੰ ਜੋਤ ਸਰੂਪ ਕਹਿ ਕੇ ਵੀ ਸੰਬੋਧਨ ਕੀਤਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸਲ ਵਿੱਚ ਹੈ ਇਹ ਮਨ ਜੋਤ ਸਰੂਪ, ਤੇ ਇਸ ਪਾਵਨ ਸ਼ਬਦ ਦੀ ਸੰਪੰਨਤਾ ਵੀ ਜੋਤ ਸਰੂਪ ਤੇ ਜਾ ਕੇ ਹੋਵੇਗੀ ਕਿ ਇਹ ਮਨ ਜੋਤ ਸਰੂਪ ਹੈ। ਜੇ ਇਹ ਮਨ ਜਿਹੜਾ ਇਹ ਜੀਵ ਪਰਮਾਤਮਾ ਨਾਲੋਂ ਵਿਛੜਿਆ ਹੋਣ ਕਰਕੇ ਜਦੋਂ ਆਪਣੇ ਵਜੂਦ ਦੀ ਪਛਾਣ ਕਰਦਾ ਹੈ ਕਿ ਮੈਂ ਸੰਸਾਰ ਤੇ ਆਇਆ ਕੀ ਕਰਨ, ਫਿਰ ਆਪਣੇ ਧੁਰੇ ਨਾਲੋਂ ਵਿਛੜਿਆ ਹੋਣ ਕਰਕੇ ਵਿਚਾਰ ਕਰਦਿਆਂ ਜਦੋਂ ਆਪਣੇ ਸਹੀ ਰਸਤੇ ਟਿਕਾਣੇ ਇਹ ਪਹੁੰਚ ਜਾਂਦਾ ਹੈ, ਉਹ ਜੋਤ ਸਰੂਪ ਹੈ। ਜੋਤ ਸਰੂਪ ਵਿੱਚ ਮਿਲ ਕਰਕੇ ਇੱਕਮਿਕ ਹੋ ਜਾਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਪਰਮਾਤਮਾ ਵਾਹਿਗੁਰੂ ਹੀ ਇਹ ਸਰੀਰ ਨੂੰ ਬਣਾਉਣ ਵਾਲੇ ਨੇ, ਅਤੇ ਇਸ ਵਿੱਚ ਜਿਹੜਾ ਮਨ ਪਾਇਆ ਹੈ ਉਹ ਵੀ ਪਰਮਾਤਮਾ ਨੇ ਆਪ ਪਾਇਆ ਹੈ। ਅੱਗੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਧਨ ਇਸ ਸਰੀਰ ਨੂੰ ਸਾਜ ਕੇ ਜੀਉ ਪਾਏ, ਪਿੰਡ ਜਿਨ ਸਾਜਿਆ। ਸਰੀਰ ਦਿੱਤਾ ਅਤੇ ਸਰੀਰ ਵਿੱਚ ਚੇਤਨ ਸੱਤਾ ਰੱਖੀ, ਮਨ ਰੱਖਿਆ, ਅੰਤਸ਼ਕਰਨ ਰੱਖਿਆ। ਹੁਣ ਇਸ ਨੂੰ ਲੋੜ ਸੀ ਆਪਣੇ ਤਨ ਦੇ ਗੁਜ਼ਾਰੇ ਵਾਸਤੇ ਧਨ ਦੀ, ਕਿਉਂਕਿ ਆਪਾਂ ਦੇਖਦੇ ਹੀ ਹਾਂ ਕਿ ਜੇ ਘਰ ਵਿੱਚ ਗਰੀਬੀ ਹੋਵੇ, ਧਨ ਨਾ ਹੋਵੇ, ਤੇ ਫਿਰ ਵੀ ਮਨੁੱਖ ਧਨ ਤੋਂ ਬਿਨਾਂ ਸੰਸਾਰ ਅੰਦਰ ਸ਼ੋਭਾ ਨਹੀਂ ਪਾਉਂਦਾ। ਕਿਉਂਕਿ ਇਸੇ ਕਰਕੇ ਦੁਰਗਾ ਦਾਸ ਜਿਹੜਾ ਪੰਡਤ ਸੀ,
ਉਹਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਹ ਬੇਨਤੀ ਕੀਤੀ ਸੀ, ਨਾਮ ਦੇਹ ਧਨ ਦੇਹ ਨਾ ਜਨ ਕੋ, ਧਨ ਬਿਨਾ ਜਨ ਜਗ ਨਾ ਸੁਹਾਏ। ਜੇ ਧਨ ਨਾ ਹੋਵੇ ਤੇ ਧਨ ਤੋਂ ਬਿਨਾ ਬੰਦਾ ਸੰਸਾਰ ਵਿੱਚ ਸ਼ੋਭਾ ਨਹੀਂ ਪਾਉਂਦਾ। ਇਸੇ ਕਰਕੇ ਭਗਤ ਜੀ ਨੇ ਬੇਨਤੀ ਕੀਤੀ ਸੀ ਕਿ ਜੇ ਮੈਂ ਮੰਗਾਂਗਾ ਤੇ ਧਨ ਵੀ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਮੰਗਾਂਗਾ। ਇਸ ਧਨ ਦੀ ਲੋੜ ਪੂਰੀ ਕਰਨ ਵਾਸਤੇ ਜੇ ਧਨ ਦੀ ਲੋੜ ਹੈ ਤੇ ਉਹਦੇ ਵਿੱਚ ਵੀ ਸਫਲਤਾ ਜਿਹੜੀ ਉਹ ਪਰਮਾਤਮਾ ਹੀ ਦਿੰਦਾ ਹੈ। ਨਹੀਂ ਤਾਂ ਮਨੁੱਖ ਭਾਵੇਂ ਕਿੰਨੇ ਵੀ ਯਤਨ ਕਰ ਲਵੇ। ਤੇ ਭਗਤ ਜੀ ਦਾ ਪਾਵਨ ਬਚਨ ਹੈ ਕਿ ਜਿਸ ਵੀ ਇਹ ਡਾਲੀ ਤੇ ਕਾਮਯਾਬੀ ਦੀ ਤੇ ਪੈਰ ਰੱਖਦਾ ਹੈ, ਜੇ ਪਰਮਾਤਮਾ ਨਾ ਸਹਾਈ ਹੋਵੇ ਤੇ ਉਹ ਡਾਲੀ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਜਿਹੜੀ ਪੌੜੀ ਤੇ ਪੈਰ ਰੱਖਦਾ ਹੈ, ਜੇ ਪਰਮਾਤਮਾ ਸਹਾਇਤਾ ਨਾ ਕਰੇ ਤੇ ਇਹਨੂੰ ਕਦੇ ਵੀ ਕਾਮਯਾਬੀ ਨਹੀਂ ਮਿਲ ਸਕਦੀ। ਇਸ ਕਰਕੇ ਇਸ ਦੇ ਤਨ ਦੀ ਲੋੜ ਪੂਰੀ ਕਰਨ ਵਾਸਤੇ ਜਿਹੜਾ ਧਨ ਹੈ ਉਹ ਦਾਤ ਵੀ ਪਰਮਾਤਮਾ ਵਾਹਿਗੁਰੂ ਦੀ ਹੈ। ਸੋ ਮਨੁੱਖ ਭਾਵੇਂ ਇੰਨਾ ਕੁਝ ਪਰਮਾਤਮਾ ਨੇ ਦਿੱਤਾ ਹੈ, ਤਨ ਦਿੱਤਾ ਹੈ, ਮਨ ਦਿੱਤਾ ਹੈ, ਧਨ ਦਿੱਤਾ ਹੈ, ਫਿਰ ਵੀ ਨਾ ਸ਼ੁਕਰਾ ਹੋ ਕਰਕੇ ਕਹਿੰਦਾ ਹੈ ਕਿ ਪਰਮਾਤਮਾ ਦੀ ਮੈਨੂੰ ਦੇਣ ਕੀ ਹੈ। ਗੁਰਦੇਵ ਦੇ ਪਾਵਨ ਬਚਨ ਹਨ, ਏਕ ਭੀ ਨਾ ਦੇ 10 ਭੀ ਹਿਰ ਲਏ, ਤਉ ਮੂੜਾ ਕਹੋ ਕਹਾ ਕਰੇ, ਜਿਸ ਠਾकुर ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ। ਜਿਸ ਪਰਮਾਤਮਾ ਨੇ ਇਹ ਸਰੀਰ ਦੇ ਸੋਹਣੇ ਅੰਗ ਦਿੱਤੇ ਨੇ, ਹੱਥ ਪੈਰ ਦਿੱਤੇ ਨੇ, ਨੇਤਰ ਦਿੱਤੇ ਹਨ, ਕੰਨਾਂ ਰਾਹੀਂ ਸੁਣਦਾ ਹੈ, ਇਹ ਜੀਭਾ ਦਿੱਤੀ ਹੈ, ਤਰ੍ਹਾਂ ਤਰ੍ਹਾਂ ਦੇ ਰਸ ਲੈਣਾ ਹੈ, ਪੈਰਾਂ ਨਾਲ ਚੱਲ ਕੇ ਕਹਿਣਾ ਕਿ ਮੈਂ ਹੁਣੇ ਇੱਥੇ ਪਹੁੰਚ ਜਾਵਾਂਗਾ, ਹੱਥਾਂ ਨਾਲ ਕਿ ਮੇਰੇ ਬਹੁਤ ਤਾਕਤ ਹੈ, ਇਹ ਹੱਥਾਂ ਨਾਲ ਮੈਂ ਆਹ ਕਾਰਜ ਕਰ ਲਵਾਂਗਾ। ਇਹ ਬੰਦੇ ਨੂੰ ਮਾਣ ਹੈ, ਪਰ ਇਹਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਦਾਤ ਪਰਮਾਤਮਾ ਦੀ ਹੈ। ਉਹਨੇ ਆਪਣੀ ਚੇਤਨ ਸੱਤਾ ਇਹਨਾਂ ਸਰੀਰਾਂ ਦੇ ਹਰੇਕ ਅੰਗਾਂ ਦੇ ਵਿੱਚ ਰੱਖੀ ਹੈ, ਤਾਂ ਹੀ ਇਹ ਸਰੀਰ ਦੇ ਕੱਲੇ ਕੱਲੇ ਅੰਗ ਜਿਹੜੇ ਨੇ ਉਹ ਕੰਮ ਕਰਦੇ। ਸੋ ਇਸ ਕਰਕੇ ਮਨੁੱਖ ਨੂੰ ਚਾਹੀਦਾ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਫਰਮਾਨ ਹੈ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਹੜਾ ਭੁਲਾ ਕਰਕੇ ਪ੍ਰਮਾਤਮਾ ਨੂੰ ਇਹ ਕਹਿੰਦਾ ਹੈ ਕਿ ਰੱਬ ਨੇ ਮੈਨੂੰ ਦਿੱਤਾ ਕੀ। ਸਤਿਗੁਰੂ ਜੀ ਨੇ ਮਨੁੱਖ ਨੂੰ ਸੋਝੀ ਦੇਣ ਵਾਸਤੇ ਪਾਵਨ ਬਚਨ ਕਹੇ ਹਨ ਕਿ ਨਾ ਸ਼ੁਕਰਾ ਨਾ ਬਣ, ਉਹ ਪ੍ਰਮਾਤਮਾ ਦੇ ਗੁਣਾਂ ਨੂੰ ਯਾਦ ਕਰ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਅਸਲ ਵਿੱਚ ਤੇਰਾ ਮੂਲ ਕੀ ਹੈ, ਵਜੂਦ ਕੀ ਹੈ। ਮੂਲ ਤਾਂ ਇੱਕ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਹੈ ਨਾ, ਫਿਰ ਮਾਣ ਕਾਹਦਾ ਕਰਦਾ ਹੈ। ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮਾਂ ਦੇ ਰਕਤ ਤੋਂ ਪਿਤਾ ਦੇ ਬਿੰਦ ਤੋਂ ਤੇਰਾ ਵਜੂਦ ਬਣਿਆ ਹੈ। ਗੁਰਦੇਵ ਦੇ ਪਾਵਨ ਬਚਨ ਹਨ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝ ਹੈ ਪਿਆਰੇ ਦੂਧ। ਉਹ ਪ੍ਰਮਾਤਮਾ ਵਾਹਿਗੁਰੂ ਨੇ ਕਿੰਨਾ ਇਸ ਜੀਵ ਦਾ ਖਿਆਲ ਰੱਖਿਆ। ਪਹਿਲਾਂ ਮਾਂ ਦੀ ਗਰਭ ਦੇ ਵਿੱਚ ਇਸ ਸਰੀਰ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਗੁਰਦੇਵ ਦਾ ਪਾਵਨ ਬਚਨ ਹੈ ਕਿ ਮੁਖ ਤਲੈ ਪੈਰ ਉਪਰੈ, ਵਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉ ਵਸਾਰਿਓ ਉਦਰੈ ਜਿਸਦਾ ਨਾਏ। ਆਪਣੇ ਵਜੂਦ ਵੱਲ ਦੇਖ, ਮਾਂ ਦੀ ਗਰਭ ਦੇ ਵਿੱਚ ਪੁੱਠਾ ਲਟਕਿਆ ਸੀ, ਗਰਭ ਜੂਨ ਵਿਸ਼ਟਾ ਕਾ ਵਾਸ, ਪਰ ਪ੍ਰਮਾਤਮਾ ਨੇ ਉੱਥੇ ਵੀ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰੱਖਨ ਹਾਰੇ। ਇਸ ਸਰੀਰ ਨੂੰ ਉਸਨੇ ਬਚਾਇਆ। ਗੁਰਦੇਵ ਦਾ ਪਾਵਨ ਬਚਨ ਹੈ, ਬਾਰ ਵਿਵਸਥਾ ਤੁਝ ਹੈ ਪਿਆਰੇ ਦੂਤ। ਪਹਿਲਾਂ ਤੇ ਮਾਂ ਦੀ ਪੇਟ ਦੇ ਵਿੱਚ ਮਾਂ ਦੇ ਨਾੜੂਏ ਰਾਹੀਂ ਇਸ ਬੱਚੇ ਨੂੰ ਖੁਰਾਕ ਦਿੱਤੀ ਹੈ, ਉੱਥੇ ਵੀ ਇਹਦੇ ਭੋਜਨ ਦਾ ਇੰਤਜ਼ਾਮ ਕੀਤਾ। ਫਿਰ ਆਪਾਂ ਦੇਖਦੇ ਹਾਂ ਬੱਚੇ ਦਾ ਜਨਮ ਬਾਅਦ ਵਿੱਚ ਹੁੰਦਾ ਹੈ। ਮਾਂ ਦੇ ਅਸਥਨਾ ਚ ਦੁੱਧ ਪਹਿਲਾਂ ਉਤਰ ਆਉਂਦਾ ਹੈ। ਗੁਰਦੇਵ ਦੇ ਪਾਵਨ ਬੋਲ ਨੇ, ਪਹਿਲੋਂ ਦੇਤਾ ਰਿਜਕ ਸਮਾਹਾ, ਪਿੱਛੋਂ ਦੇਤਾ ਜੰਤ ਉਪਾਹ। ਪਹਿਲਾਂ ਇਹਦੇ ਰਿਜਕ ਦਾ ਇੰਤਜ਼ਾਮ ਕੀਤਾ, ਬਾਅਦ ਵਿੱਚ ਇਸ ਜੀਵ ਦਾ ਜਨਮ ਸੰਸਾਰ ਵਿੱਚ ਹੁੰਦਾ ਹੈ। ਹਾਲੇ ਮਨੁੱਖ ਕਹਿ ਦਿੰਦਾ ਹੈ ਕਿ ਮੈਂ ਇਹ ਨਾ ਕਰਾਂਗਾ ਤੇ ਫਿਰ ਮੈਨੂੰ ਭੋਜਨ ਕਿੱਦਾਂ ਮਿਲੇਗਾ। ਗੁਰਦੇਵ ਨੇ ਇਸ ਨੂੰ ਯਾਦ ਕਰਵਾਇਆ ਸੀ ਕਿ ਮਨੁੱਖ ਯਾਦ ਕਰ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ,
ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗਾ ਕਰ ਧਰਿਆ। ਦੇਖ ਤਾਂ ਸਹੀ, ਜਿਹੜਾ ਪ੍ਰਮਾਤਮਾ ਪੱਥਰਾਂ 'ਚ ਵੀ ਜੀਵ ਪਾਲ ਸਕਦਾ ਹੈ। ਜਦੋਂ ਤੂੰ ਮਾਂ ਦੀ ਗਰਭ ਦੇ ਵਿੱਚ ਸੀ ਉਦੋਂ ਕਿਹੜੀ ਤੂੰ ਮਿਹਨਤ ਕਰ ਰਿਹਾ ਸੀ, ਉਦੋਂ ਕਿਹੜੀ ਘਾਲਣਾ ਕਰਦਾ ਸੀ, ਪਰਮਾਤਮਾ ਨੇ ਉਦੋਂ ਵੀ ਤੈਨੂੰ ਰਿਜ਼ਕ ਦਿੱਤਾ ਹੈ। ਸਤਿਗੁਰੂ ਜੀ ਦਾ ਪਾਵਨ ਬਚਨ, ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀਗਾਰਿਆ ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਬਹੁਤ ਵੱਡੀ ਪਰਮਾਤਮਾ ਨੇ ਇਹ ਘਾੜਤ ਘੜੀ ਹੈ। ਜਿਸ ਪਰਮਾਤਮਾ ਵਾਹਿਗੁਰੂ ਨੇ ਸਰੀਰ ਸਾਜਿਆ, ਇਸ ਵਿੱਚ ਫਿਰ ਚੇਤਨ ਸੱਤਾ ਪਾਈ ਹੈ, ਫਿਰ ਇਸ ਦੇ ਤਨ ਦੀ ਪੂਰਤੀ ਵਾਸਤੇ ਰੁਜ਼ਗਾਰ ਵਾਸਤੇ ਨੂੰ ਧਨ ਵੀ ਦਿੱਤਾ ਹੈ। ਜਿਨ ਤੂੰ ਸਾਜ ਸਵਾਰ ਸੀਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਰ ਬਵਸਥਾ ਤੁਝਹਿ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ। ਮਹਾਰਾਜ ਕਹਿੰਦੇ ਭਰੀ ਜ਼ਬਾਨੀ ਵਿੱਚ ਤੈਨੂੰ ਅਨੇਕਾਂ ਤਰ੍ਹਾਂ ਦੇ ਪ੍ਰਮਾਤਮਾ ਨੇ ਸਹੂਲਤਾਂ ਦਿੱਤੀਆਂ ਨੇ। ਫਿਰ ਤੇਰੇ ਬੁਢੇਪੇ ਦਾ ਵੀ ਧਿਆਨ ਰੱਖਦਿਆਂ ਪ੍ਰਮਾਤਮਾ ਨੇ ਉਹਦਾ ਵੀ ਇੰਤਜ਼ਾਮ ਕਰ ਦਿੱਤਾ। ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਕ ਸੈਨ। ਜਦੋਂ ਬੁਢੇਪਾ ਆਇਆ ਤੇਰੀ ਸੇਵਾ ਵਾਸਤੇ ਸਾਕ ਸੰਬੰਧੀ ਦਿੱਤੇ ਨੇ, ਪੁੱਤਰ ਨੇ ਧੀਆਂ ਨੇ। ਉਹ ਵੱਖਰੀ ਗੱਲ ਹੈ ਕਿ ਕੋਈ ਪੁੱਤਰ ਨਿਕਲ ਆਵੇ ਨਾ ਸੇਵਾ ਕਰੇ, ਪਰ ਜਿਹੜਾ ਫਰਜ਼ ਬਣਦਾ ਹੈ ਬੱਚੇ ਦਾ ਉਹ ਇਹੋ ਬਣਦਾ ਹੈ। ਜੇ ਮਾਂ-ਬਾਪ ਨੇ ਬੱਚੇ ਨੂੰ ਸੰਭਾਲਿਆ ਹੈ ਤੇ ਫਿਰ ਬੱਚੇ ਦਾ ਵੀ ਇਹ ਫਰਜ਼ ਬਣਦਾ ਕਿ ਉਹ ਮਾਂ-ਬਾਪ ਦੀ ਵੀ ਉਸੇ ਤਰ੍ਹਾਂ ਸੰਭਾਲ ਕਰੇ। ਜਦੋਂ ਆਪਾਂ ਗੁਰ ਇਤਿਹਾਸ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ 10ਵੇਂ ਸਤਿਗੁਰਾਂ ਤੱਕ ਗੁਰ ਇਤਿਹਾਸ ਵਿੱਚ ਆਪਾਂ ਪੜ੍ਹਦੇ ਹਾਂ ਕਿ ਸਤਿਗੁਰੂ ਜੀ ਨੇ ਮਾਤਾ ਪਿਤਾ ਦਾ ਬਹੁਤ ਸਤਿਕਾਰ ਕੀਤਾ ਹੈ। ਗੁਰ ਇਤਿਹਾਸ ਵਿੱਚੋਂ ਇਹ ਸਾਨੂੰ ਸਿੱਖਿਆ ਵਿਸ਼ੇਸ਼ ਕਰਕੇ ਮਿਲਦੀ। ਇੱਥੋਂ ਤੱਕ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਜਦੋਂ ਮਹਾਰਾਜ ਤਰਬੇਣੀ ਦੀ ਧਰਤੀ ਤੇ ਸਨ ਤੇ ਮਾਤ ਨਾਨਕੀ ਜੀ ਜਦੋਂ ਸਤਿਗੁਰਾਂ ਕੋਲ ਆਉਂਦੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਖੜੇ ਹੋ ਕੇ ਮਾਤਾ ਜੀ ਨੂੰ ਨਮਸਕਾਰ ਕਰਦੇ ਨੇ। ਫਿਰ ਕਹਿੰਦੇ ਨੇ, ਮਾਤਾ ਜੀ ਤੁਸੀਂ ਕਿਉਂ ਕਸ਼ਟ ਕੀਤਾ ਇੱਥੇ ਆਉਣ ਦਾ, ਮੈਨੂੰ ਸੁਨੇਹਾ ਭੇਜ ਦਿੰਦੇ ਮੈਂ ਆਪ ਚੱਲ ਕੇ ਤੁਹਾਡੇ ਕੋਲ ਆਉਂਦਾ। ਫਿਰ ਮਾਤਾ ਜੀ ਕਹਿੰਦੇ ਨੇ ਕਿ ਮੇਰੇ ਮਨ ਵਿੱਚ ਕੁਝ ਸੰਕਲਪ ਹੈ ਤੇ ਜਦੋਂ ਮੈਂ ਤੁਹਾਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਦੇਖਦੀ ਆ ਤੇ ਫਿਰ ਮੈਨੂੰ ਖਿਆਲ ਆਉਂਦਾ ਏ ਕਿ ਤੁਸੀਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਹੋ, ਉਸ ਗੱਦੀ ਤੇ ਬਿਰਾਜਮਾਨ ਹੋ। ਫਿਰ ਕੁਝ ਕਹਿਣ ਤੋਂ ਸੰਕੋਚਦੀ ਆ ਤੇ ਜਦੋਂ ਮੈਨੂੰ ਇਹ ਖਿਆਲ ਆਉਂਦਾ ਹੈ ਕਿ ਮੈਂ ਸਰੀਰ ਨੂੰ ਪੇਟ ਵਿੱਚ ਰੱਖ ਕੇ ਪਾਲਿਆ, ਫਿਰ ਮਾਂ ਵਾਲਾ ਪਿਆਰ ਉਤਪੰਨ ਹੁੰਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਾਤਾ ਜੀ ਨੂੰ ਕਹਿੰਦੇ ਨੇ, ਮਾਤਾ ਜੀ ਤੁਹਾਨੂੰ ਪੂਰਾ ਹੱਕ ਹੈ, ਜੋ ਤੁਸੀਂ ਮੈਨੂੰ ਬਚਪਨ ਵਿੱਚ ਕਹਿ ਕੇ ਬੁਲਾਉਂਦੇ ਸੀ ਉਦਾਂ ਕਹਿ ਕੇ ਬੁਲਾ ਸਕਦੇ। ਕੇਵਲ ਇਹ ਸਮਝਣ ਮਾਤਰ ਸੀ ਕਿ ਗੁਰਦੇਵ ਸਤਿਗੁਰੂ ਭਾਵੇਂ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਆਪ ਨਾਰਾਇਣ ਕਲਾ ਧਾਰਨ, ਪਰ ਫਿਰ ਵੀ ਸਤਿਗੁਰੂ ਮਾਤਾ ਪਿਤਾ ਦਾ ਸਤਿਕਾਰ ਬਹੁਤ ਖਿਆਲ ਵਿੱਚ ਰੱਖਦੇ ਹਨ। ਸੋ ਰਹੋ ਵਿਚਾਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਗੁਰੂ ਸਾਹਿਬ ਦਾ ਫਰਮਾਨ ਹੈ, ਬਿਰਧ ਭਇਆ ਉਪਰ ਸਾਕ ਸੈਨ। ਕੱਲਾ ਇਹ ਸਰੀਰ ਹੀ ਨਹੀਂ ਬਣਾਇਆ, ਇਹਦੇ ਵਿੱਚ ਉਹਨੇ ਫਿਰ ਆਪਣੀ ਜੋਤ ਰੱਖੀ ਹੈ। ਫਿਰ ਇਹਦਾ ਕੱਲੀ ਕੱਲੀ ਗੱਲ ਦਾ ਧਿਆਨ ਰੱਖਿਆ। ਬਚਪਨ ਵਿੱਚ ਇਹਦੇ ਭੋਜਨ ਦੀ ਖੁਰਾਕ ਦਾ ਇੰਤਜ਼ਾਮ ਕੀਤਾ, ਜਵਾਨੀ ਵਿੱਚ ਅਨੇਕਾਂ ਸੁੱਖ ਦਿੱਤੇ, ਬੁਢੇਪੇ ਵਿੱਚ ਵੀ ਧਿਆਨ ਸੀ ਕਿ ਇਹਦੀ ਸੇਵਾ ਵਾਸਤੇ ਇਹਨੂੰ ਸਾਕ ਸੰਬੰਧੀ ਦਿੱਤੇ ਨੇ। ਮੁਖ ਅਪਿਆਓ ਬੈਠ ਕੋ ਦੈਨ, ਮੰਜੇ ਉੱਤੇ ਬੈਠਾ ਜੋ ਮੁਖ ਤੋਂ ਗੱਲ ਕਹਿੰਦਾ ਹੈ ਉਹ ਪੂਰੀ ਕਰਨ ਵਾਸਤੇ ਦੇ ਸਾਕ ਸੰਬੰਧੀ ਤਿਆਰ ਰਹਿੰਦੇ, ਜਿਨ੍ਹਾਂ ਨੂੰ ਇਹ ਧਿਆਨ ਵਿੱਚ ਹੈ ਕਿ ਇਹਨਾਂ ਮਾਤਾ ਪਿਤਾ ਨੇ ਸਾਡੀ ਪੂਰੀ ਸੰਭਾਲ ਕੀਤੀ। ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਓ ਬੈਠ ਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਜੀਵ ਦੀ ਇਹ ਹਾਲਤ ਬਣ ਗਈ, ਅਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਭੋਗਾਣੀ, ਜਿਨ ਦੀਆ ਸੋ ਚਿਤ ਨ ਆਵਈ ਪਸ਼ੂ ਹਉ ਕਰ ਜਾਣ। ਜਿਸ ਤਰ੍ਹਾਂ ਪਸ਼ੂ ਨੂੰ ਕੋਈ ਪਤਾ ਨਹੀਂ ਕਿ ਮੇਰੇ ਅੱਗੇ ਭੋਜਨ ਰੱਖਿਆ ਕਿੰਨੇ ਹੈ, ਖੁਰਾਕ ਰੱਖੀ ਕਿੰਨੇ, ਉਹਦਾ ਕੰਮ ਹੈ ਕੇਵਲ ਭੋਜਨ ਨੂੰ ਖਾ ਲਿਆ, ਪੱਠਿਆਂ ਨੂੰ ਖਾਦਾ ਤੇ ਦੁੱਧ ਦੇ ਦਿੱਤਾ। ਬਸ ਜੀਵ ਦੀ ਵੀ ਹਾਲਤ ਇਸੇ ਤਰ੍ਹਾਂ ਬਣ ਗਈ। ਸਤਿਗੁਰੂ ਕਹਿੰਦੇ, ਜਿਸ ਪ੍ਰਮਾਤਮਾ ਵਾਹਿਗੁਰੂ ਜੀ ਨੇ ਤਨ ਦਿੱਤਾ ਸੀ, ਮਨ ਦਿੱਤਾ, ਤੇਰੇ ਘਰ ਦੇ ਗੁਜ਼ਾਰੇ ਵਾਸਤੇ, ਤੇਰੀ ਲੋੜ ਦੀ ਪੂਰਤੀ ਵਾਸਤੇ ਪ੍ਰਮਾਤਮਾ ਨੇ ਤੈਨੂੰ ਧਨ ਬਖਸ਼ਿਆ ਹੈ। ਕਿਉਂਕਿ ਜੇ ਉਹ ਆਪ ਸਹਾਈ ਹੋਵੇ ਤਾਂ ਧਨ ਵਿੱਚ ਸਫਲਤਾ ਮਿਲਦੀ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਹਨ,
ਇਦਾਂ ਦੀ ਹਾਲਤ ਨਾ ਤੇਰੀ ਬਣ ਜਾਵੇ ਜਿਨ ਦੀਆ ਸੋ ਚਿਤ ਨ ਆਵਈ। ਜੇ ਪ੍ਰਮਾਤਮਾ ਨੇ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ, ਤੇਰਾ ਵੀ ਫਿਰ ਫਰਜ਼ ਬਣਦਾ ਹੈ ਕਿ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਸ਼ੁਕਰ ਵਿੱਚ ਜੁੜ ਜਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਹ ਪ੍ਰਮਾਤਮਾ ਦੀ ਵਡਿਆਈ ਕਰ, ਵੱਡਾ ਦਾਤਾ ਤਿਲ ਨਾ ਤਮਾਏ। ਜਿਹਨੂੰ ਕੋਈ ਤੇਰੇ ਤੋਂ ਤਮਾ ਨਹੀਂ ਹੈ, ਕੁਝ ਉਹਨੇ ਤੇਰੇ ਤੋਂ ਲੈਣਾ ਨਹੀਂ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਗੋਂ ਸਾਡਾ ਫਰਜ਼ ਬਣਦਾ ਹੈ ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਇਹ ਪ੍ਰਮਾਤਮਾ ਦੀ ਦਾਤ ਹੈ। ਇਹ ਸਰੀਰ, ਇਹ ਮਨ ਅਤੇ ਇਹ ਜਿਹੜਾ ਘਰ ਵਿੱਚ ਆਪਾਂ ਧਨ ਵਰਤ ਰਹੇ ਹਾਂ, ਇਹ ਵੀ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੈ। ਇਸ ਕਰਕੇ ਉਹਦਾ ਸ਼ੁਕਰਾਨਾ ਕਰਨਾ ਬਣਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸੋਈ ਸੁਗੜ ਸੁਜਾਨੀ। ਉਹ ਪ੍ਰਮਾਤਮਾ ਵਾਹਿਗੁਰੂ ਇੰਨਾ ਚਤੁਰ ਤੇ ਇੰਨਾ ਸਿਆਣਾ ਹੈ, ਉਹਦੇ ਵਰਗਾ ਹੋਰ ਕੋਈ ਸਿਆਣਾ ਹੈ ਹੀ ਨਹੀਂ। ਦੁਨੀਆ ਵਿੱਚ ਬੜੀ ਸਿਆਣਪਤਾ ਹੈ ਲੋਕਾਂ ਕੋਲ, ਪਰ ਐਸਾ ਸਰੀਰ ਜਿਹੜਾ ਪ੍ਰਮਾਤਮਾ ਵਾਹਿਗੁਰੂ ਨੇ ਤਿਆਰ ਕੀਤਾ ਹੈ। ਆਪਾਂ ਦੇਖੀਏ ਦੁਨੀਆ ਵਿੱਚ ਕਿੰਨੇ ਜ਼ਿਆਦਾ ਮਨੁੱਖਾਂ ਦੇ ਸਰੀਰ ਨੇ, ਪਰ ਗੁਰਦੇਵ ਦਾ ਪਾਵਨ ਫਰਮਾਨ ਹੈ ਕਿ ਮੇਰਾ ਪ੍ਰਭ ਸਾਚਾ ਇੱਕ ਖੇਲ ਰਚਾਇਆ, ਕੋਏ ਨਾ ਕਿਸ ਹੀ ਜਿਹਾ ਉਪਾਇਆ। ਵੇਖੀਏ ਪ੍ਰਮਾਤਮਾ ਵਾਹਿਗੁਰੂ ਦੀ ਘਾਟ ਕਿੰਨਾ ਉਹ ਸੁਗੜ ਸੁਜਾਨ ਸਿਆਣਾ ਹੈ। ਬੰਦਾ ਪੁਤਲੇ ਬਣਾਵੇਗਾ ਅਤੇ ਕਈ ਪੁਤਲੇ ਬਣਾਉਣ ਤੋਂ ਬਾਅਦ ਕਈ ਪੁਤਲੇ ਆਪਸ ਵਿੱਚ ਉਹ ਮਿਲ ਜਾਣਗੇ, ਪਰ ਇੰਨੀ ਜ਼ਿਆਦੀ ਸੰਸਾਰ ਵਿੱਚ ਕਰੋੜਾਂ ਅਰਬਾਂ ਦੁਨੀਆ ਬਣਾ ਦਿੱਤੀ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਕਿੰਨੇ ਆਪਾਂ ਸਰੀਰ ਇੱਥੇ ਜੁੜ ਕੇ ਬੈਠੇ, ਪਰ ਸਾਰਿਆਂ ਦੇ ਚਿਹਰਿਆਂ ਵਿੱਚ ਫਰਕ ਹੈ, ਫਿਰ ਹਰੇਕ ਅੰਗਾਂ ਦੇ ਵਿੱਚ ਫਰਕ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਉਹਦੇ ਵਰਗਾ ਸੁਗੜ ਸਿਆਣਾ ਕੋਈ ਨਹੀਂ, ਉਹਦੇ ਵਰਗਾ ਸੁਜਾਨ ਸੁਗੜ ਚਤੁਰ, ਉਹਦੇ ਵਰਗਾ ਸਿਆਣਾ ਕੋਈ ਨਹੀਂ ਹੈ। ਇਸ ਕਰਕੇ ਪ੍ਰਮਾਤਮਾ ਵਾਹਿਗੁਰੂ ਅੱਗੇ ਜੀਵ ਦੀ ਸਿਆਣਪ ਨਹੀਂ ਚੱਲਦੀ। ਇੱਥੇ ਤਾਂ ਚਤੁਰਾਈ ਨਾ ਚਤੁਰ ਭੁਜ ਪਾਈਏ, ਇੱਥੇ ਸਿਆਣਪ ਦੇ ਨਾਲ ਨਹੀਂ, ਇੱਥੇ ਚਤੁਰਾਈ ਚਲਾਕੀ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਜਿਸ ਪ੍ਰਮਾਤਮਾ ਨੇ ਇੰਨੀਆਂ ਦਾਤਾਂ ਦਿੱਤੀਆਂ ਨੇ, ਫਿਰ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅੰਨ ਖਾਣਾ ਕੱਪੜ ਪਹਿਨਣ ਦੀਆ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਇਹ ਸਰੀਰ ਦਿੱਤਾ ਹੈ, ਵਿੱਚ ਜਿੰਦ ਪਾਈ ਹੈ। ਜੇ ਇਹਦੇ ਵਿੱਚ ਸੋਝੀ ਨਾ ਹੁੰਦੀ ਤੇ ਫਿਰ ਸਰੀਰ ਨੇ ਕੀ ਕਰ ਲੈਣਾ ਸੀ। ਮਨੁੱਖ ਕਹਿੰਦਾ ਹੈ ਮੈਂ ਬੜਾ ਸਿਆਣਾ, ਮੇਰੇ 'ਚ ਬੜੀ ਤਾਕਤ ਹੈ, ਪਰ ਜੇ ਇਹਦੇ ਵਿੱਚ ਸੋਝੀ ਕੰਮ ਹੀ ਨਾ ਕਰੇ ਤੇ ਫਿਰ ਇਹ ਮਿੱਟੀ ਦਾ ਪੁਤਲਾ ਕਰੇਗਾ ਕੀ। ਇਸ ਕਰਕੇ ਪ੍ਰਮਾਤਮਾ ਵਾਹਿਗੁਰੂ ਦੇ ਅੱਗੇ ਉਹਦਾ ਸ਼ੁਕਰਾਨਾ ਹੀ ਕਰਨਾ ਬਣਦਾ ਹੈ, ਕਿਉਂਕਿ ਉਹਨਾਂ ਵਰਗਾ ਚਤੁਰ, ਉਹਨਾਂ ਵਰਗਾ ਸਿਆਣਾ ਕੋਈ ਨਹੀਂ ਹੈ। ਤੇ ਨਹੀਂ ਸੋਹਣਿਆ ਦੁੱਖ ਸੁੱਖ ਮੇਰਾ। ਜਿਸ ਕੀ ਵਸਤ, ਜਿਹਦੀ ਪ੍ਰਮਾਤਮਾ ਦੀ ਇਹ ਵਸਤੂ ਸੀ ਨਾ, ਤੇ ਹੁਣ ਜਿਹਦੀ ਇਹ ਚੀਜ਼ ਹੋਵੇ, ਜਿਹਦਾ ਸਮਾਨ ਹੋਵੇ, ਜਿਹਦਾ ਪ੍ਰੋਡਕਟ ਹੋਵੇ ਨਾ, ਤੇ ਜੇ ਕਿਤੇ ਉਹ ਬਾਹਰੋਂ ਖਿਲਾ ਲਿਆ ਜਾਵੇ ਤੇ ਜਦੋਂ ਕਿਸੇ ਕੋਲੋਂ ਗੱਲ ਨਾ ਬਣੇ ਤੇ ਫਿਰ ਆਪਾਂ ਉਹਦੇ ਕੋਲ ਲੈ ਕੇ ਜਾਈਏ ਤੇ ਉਹ ਇਹੋ ਉਲਾਂਭਾ ਦਿੰਦਾ ਹੈ ਕਿ ਜੇ ਪ੍ਰੋਡਕਟ ਸਾਡਾ ਸੀ, ਸਮਾਨ ਸਾਡੀ ਕੰਪਨੀ ਦਾ ਸੀ, ਤੇ ਫਿਰ ਤੂੰ ਕਿਸੇ ਕੋਲੋਂ ਬਾਹਰੋਂ ਖਿਲਾਇਆ ਕਿਉਂ। ਇਹ ਅਕਸਰ ਹੀ ਆਪਾਂ ਸੁਣਦੇ। ਹੁਣ ਜਿਸ ਪ੍ਰਮਾਤਮਾ ਵਾਹਿਗੁਰੂ ਜੀ ਨੇ ਤਨ ਦਿੱਤਾ, ਮਨ ਦਿੱਤਾ, ਧਨ ਦਿੱਤਾ, ਤੇ ਫਿਰ ਇਹ ਦੋ ਅਣਖਿੜਵੇਂ ਅੰਗ ਨੇ, ਦੁੱਖ ਅਤੇ ਸੁੱਖ। ਇਹਨਾਂ ਤੋਂ ਕੋਈ ਵੀ ਨਹੀਂ ਬਚਿਆ ਜੀ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜੇ ਸੁੱਖ ਹੈ ਤੇ ਫਿਰ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਦੁੱਖ ਵੀ ਆ ਜਾਂਦਾ। ਵੈਸੇ ਇਹ ਦੁੱਖ ਸੁੱਖ ਅਣਖਿੜਵੇਂ ਅੰਗ ਨੇ। ਜਿਸ ਤਰ੍ਹਾਂ ਜ਼ਿੰਦਗੀ ਤੇ ਮੌਤ ਹੈ, ਜੇ ਮੌਤ ਨਾ ਆਵੇ ਤੇ ਫਿਰ ਜ਼ਿੰਦਗੀ ਦੀ ਪਛਾਣ ਕਿੱਦਾਂ ਹੋਵੇ। ਇਸੇ ਤਰ੍ਹਾਂ ਜੇ ਜ਼ਿੰਦਗੀ ਵਿੱਚ ਦੁੱਖ ਨਾ ਆਵੇ ਤੇ ਫਿਰ ਜ਼ਿੰਦਗੀ ਜਿਉਣ ਦਾ ਢੰਗ ਵੀ ਨਹੀਂ ਸਮਝ ਵਿੱਚ ਪੈਂਦਾ, ਕਿਉਂਕਿ ਉਦਾਂ ਤੇ ਸਾਰੇ ਹੀ ਕਹਿੰਦੇ ਨੇ ਅਸੀਂ ਤੇਰੇ ਹਾਂ, ਪਰ ਪਤਾ ਹੀ ਉਦੋਂ ਲੱਗਦਾ ਜਦੋਂ ਦੁੱਖ ਦੀਆਂ ਘੜੀਆਂ ਵਿੱਚ ਮਨੁੱਖ ਚਲਾ ਜਾਂਦਾ ਹੈ। ਫਿਰ ਗੁਰਦੇਵ ਦਾ ਪਾਵਨ ਬਚਨ ਹੈ, ਜਾ ਕੋ ਮੁਸ਼ਕਲ ਅੱਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਤੇ ਭੱਜ ਖਲੇ। ਜਿਹੜੇ ਕਹਿੰਦੇ ਸੀ ਅਸੀਂ ਤੇਰੇ ਹਾਂ, ਉਦੋਂ ਪਤਾ ਲੱਗ ਜਾਂਦਾ ਜਦੋਂ ਦੁੱਖ ਦੀਆਂ ਘੜੀਆਂ ਸਾਹਮਣੇ ਆ ਜਾਂਦੀਆਂ ਨੇ। ਫਿਰ ਗੁਰਦੇਵ ਇਹ ਬਖਸ਼ਿਸ਼ ਕਰਦੇ ਨੇ ਕਿ ਜੇ ਕਿਤੇ ਦੁੱਖ ਆ ਜਾਵੇ ਤੇ ਫਿਰ ਗੁਰਦੇਵ ਕਹਿੰਦੇ ਨੇ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀ, ਕਿਉਂਕਿ ਦੁਨੀਆ ਦੀ ਇਹ ਫਿਤਰਤ ਹੈ, ਜੇ ਤੂੰ ਆਪਣਾ ਦੁੱਖ ਕਿਸੇ ਅੱਗੇ ਰੱਖੇਂਗਾ ਤੇ ਸਮਾਂ ਲੰਘਣ ਤੋਂ ਬਾਅਦ ਤੇਰੇ ਵਾਸਤੇ ਉਹ ਗੱਲ ਮਖੌਲ ਵਾਲੀ ਬਣ ਜਾਵੇ ਤੇ
ਤੇਰੇ ਤੇ ਉਹ ਮਖੌਲ ਕਰਕੇ ਹੱਸੇਗਾ। ਬੰਦਾ ਦੁੱਖ ਦੀਆਂ ਘੜੀਆਂ ਵਿੱਚ ਹੈ ਪਰ ਦੂਸਰੇ ਵਾਸਤੇ ਉਹ ਮਖੌਲ ਬਣ ਜਾਂਦਾ ਹੈ। ਤੇ ਜੇ ਆਪਣੇ ਸੁੱਖ ਦੀ ਗੱਲ ਕਿਸੇ ਕੋਲ ਕਰਾਂਗੇ ਤੇ ਫਿਰ ਦੂਜਾ ਬਰਦਾਸ਼ਤ ਨਹੀਂ ਕਰ ਸਕਦਾ ਕਿ ਇਹਦੇ ਕੋਲ ਇੰਨਾ ਕੁਝ ਹੈ, ਇਹ ਤਾਂ ਮੇਰੇ ਕੋਲ ਹੋਣਾ ਚਾਹੀਦਾ ਸੀ। ਇਸ ਕਰਕੇ ਗੁਰਦੇਵ ਕਹਿੰਦੇ ਨੇ, ਜੇ ਤੇਰੇ ਅੱਗੇ ਦੁੱਖ ਆਵੇ ਤੇ ਫਿਰ ਵੀ ਤੂੰ ਉਹਦੇ ਚਰਨਾਂ 'ਚ ਅਰਦਾਸ ਕਰੀ ਜਿਹਦੀ ਇਹ ਵਸਤੂ ਹੈ। ਇਹ ਸਰੀਰ ਤੇ ਦੁੱਖ ਸੁੱਖ ਆਉਂਦੇ ਨੇ ਨਾ, ਵੈਸੇ ਆਤਮਾ ਇਹ ਤਾਂ ਦੁੱਖ ਸੁੱਖ ਤੋਂ ਰਹਿਤ ਹੈ। ਸਤਿਗੁਰੂ ਕਹਿੰਦੇ ਨੇ, ਜੇ ਸਰੀਰ ਤੇ ਦੁੱਖ ਸੁੱਖ ਦੀਆਂ ਘੜੀਆਂ ਆਉਣ ਤੇ ਇਹਦਾ ਦੁੱਖ ਸੁਣਨ ਵਾਲਾ ਉਹ ਪਰਮਾਤਮਾ ਹੀ ਹੈ। ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਮੇਰੇ ਦੁੱਖ ਨੂੰ ਸੁੱਖ ਨੂੰ ਸੁਣਨ ਵਾਲਾ ਉਹ ਪਰਮਾਤਮਾ ਹੈ। ਆਓ ਬਿਦ ਨੀਕੇ ਖਟਾਨੇ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਇਹ ਬਹੁਤ ਚੰਗੀ ਵਿਧੀ ਹੈ। ਇਹ ਚੰਗੀ ਵਿਧੀ ਸਾਨੂੰ ਪ੍ਰਾਪਤ ਹੋਈ ਹੈ ਕਿ ਸਾਨੂੰ ਹੋਰ ਕਿਸੇ ਕੋਲ ਜਾਣ ਦੀ ਲੋੜ ਹੀ ਨਹੀਂ। ਜੇ ਕਿਤੇ ਦੁੱਖ ਆ ਗਿਆ ਫਿਰ ਵੀ ਉਹਦੇ ਚਰਨਾਂ ਵਿੱਚ ਅਰਦਾਸ ਕਰੀਏ, ਜੇ ਸੁੱਖ ਹੈ ਤੇ ਉਹਦਾ ਸ਼ੁਕਰਾਨਾ ਕਰੀਏ। ਜੀ ਕੀ ਇੱਕ ਹੀ ਪਹਿਮਾਨੀ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਇਸ ਜੀਵ ਦੀ ਇੱਕ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਹੀ ਅਰਦਾਸ ਸੁਣੀ ਜਾਂਦੀ ਹੈ। ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਆਪਾਂ ਪੜ੍ਹਦੇ ਹਾਂ ਤੇ ਭਗਤ ਜੀ ਨੇ ਇਹੋ ਬਚਨ ਕਹੇ ਨੇ, ਭੁੱਖੈ ਭਗਤ ਨ ਕੀਜੈ ਯਹ ਮਾਲਾ ਆਪਣੀ ਲੀਜੈ। ਕਿੰਨੇ ਪਿਆਰ ਦੇ ਨਾਲ ਇਹ ਬਚਨ ਭਗਤ ਜੀ ਨੇ ਕਹੇ। ਜਿਸ ਤਰ੍ਹਾਂ ਕੋਈ ਬੱਚਾ ਪ੍ਰੇਮ ਵਿੱਚ ਆ ਕੇ ਆਪਣੇ ਬਾਪ ਨੂੰ, ਆਪਣੇ ਪਿਤਾ ਨੂੰ ਇਹ ਗੱਲ ਕਹਿ ਦਿੰਦਾ ਹੈ ਕਿ ਜੇ ਮੈਨੂੰ ਆ ਨਹੀਂ ਦੇਣਾ ਤੇ ਆ ਲੋ, ਫਿਰ ਮੈਂ ਆ ਵੀ ਕੰਮ ਨਹੀਂ ਕਰਦਾ। ਉਹ ਇੱਕ ਪਿਆਰ ਹੈ। ਭਗਤ ਜੀ ਕਹਿੰਦੇ ਨੇ, ਭੁੱਖੈ ਭਗਤ ਨ ਕੀਜੈ ਯਹ ਮਾਲਾ ਆਪਣੀ ਲੀਜੈ, ਹਉ ਮੰਗੋ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਣਾ, ਮਾਧੋ ਕੈਸੀ ਬਨੈ ਤੁਮ ਸੰਗੇ। ਕਹਿੰਦੇ ਮਾਧੋ ਪ੍ਰਮਾਤਮਾ, ਜੇ ਮੈਂ ਤੇਰੇ ਕੋਲ ਮੰਗਾ ਤੇ ਇਹਦੇ ਵਿੱਚ ਕੋਈ ਸੰਗ ਵਾਲੀ ਗੱਲ ਨਹੀਂ ਹੈ, ਕਿਉਂਕਿ ਜੀ ਕੀ ਏਕਾ ਹੀ ਪੈਮਾਨੀ। ਇੱਕ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੇਗਾ ਤੇ ਜ਼ਰੂਰ ਸੁਣੀ ਜਾਵੇਗੀ। ਤੇ ਭਗਤ ਜੀ ਕਹਿੰਦੇ ਨੇ, ਮਾਧੋ ਕੈਸੀ ਬਨੈ ਤੁਮ ਸੰਗੇ, ਆਪ ਨਾ ਦੇਵੋ ਤਾਂ ਲੇਵੋ ਮੰਗੇ। ਜੇ ਤੂੰ ਦਿੱਤਾ ਨਹੀਂ ਤੇ ਤੇਰੇ ਤੋਂ ਮੈਂ ਮੰਗ ਕੇ ਵੀ ਲੈ ਲਵਾਂਗਾ। ਫਿਰ ਮੰਗਿਆ ਕਿ ਦੋਇ ਸਿਰ ਮੰਗੋ ਚੂਨਾ, ਪਾਉ ਘਿਓ ਸੰਗ ਲੂਨਾ, ਅਧ ਸਿਰ ਮੰਗੋ ਦਾਲੇ ਮੋਕੋ, ਦੋਨੋਂ ਵਕਤ ਜੀਵਾਲੇ, ਖਾਟ ਮੰਗੋ ਚੌਪਾਈ, ਸਰਹਾਨਾ ਅਵਰ ਤੁਲਾਈ, ਊਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੈ ਜਨ ਥੀਂਦਾ। ਕਰਨੀ ਮੈਂ ਭਗਤੀ ਹੈ, ਬਸ 2 ਵਕਤ ਦੀ ਰੋਜੀ ਦਾ ਇੰਤਜ਼ਾਮ ਮੇਰਾ ਕਰ ਦਵੀਂ। ਤੇ ਭਗਤ ਜੀ ਨੇ ਕਿਹਾ, ਜੇ ਤੇਰੇ ਕੋਲ ਮੰਗਾ ਤੇ ਸੰਗ ਨਹੀਂ, ਪਰ ਜਦੋਂ ਕਿਸੇ ਹੋਰ ਕੋਲ ਮੰਗਣ ਦੀ ਗੱਲ ਚੱਲੀ ਤੇ ਕਹਿਣ ਲੱਗੇ, ਰੇ ਜੀ ਨਲਾਜ ਲਾਜ ਤੋਹੇ ਨਾਹੀ, ਕਿਉਂਕਿ ਜੀ ਕੀ ਏਕਾ ਹੀ ਪੈਮਾਨੀ। ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਬੂਲ ਹੁੰਦੀ ਹੈ। ਤੇ ਭਗਤ ਜੀ ਕਹਿੰਦੇ ਨੇ, ਵਾਹਿਗੁਰੂ ਤੇਰੇ ਤੋਂ ਮੰਗਾਂਗਾ ਤੇ ਮੈਨੂੰ ਸੰਗ ਕੋਈ ਨਹੀਂ, ਸ਼ਰਮ ਕੋਈ ਨਹੀਂ। ਮਾਧੋ ਕੈਸੀ ਬਨੈ ਤੁਮ ਸੰਗ। ਤੇ ਜੇ ਦੂਜੇ ਕੋਲ ਮੰਗਣ ਦੀ ਗੱਲ ਚੱਲੀ ਤੇ ਉੱਥੇ ਬਚਨ ਕਹੇ, ਰੇ ਜੀ ਨਲਾਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕਿਉ ਜਾਹੀ, ਜਾ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਈ। ਜਿਹਦਾ ਮਾਲਕ ਇੰਨਾ ਵੱਡਾ ਉੱਚਾ ਹੋਵੇ, ਉਹ ਪਰਾਇਆ ਘਰਾਂ ਵਿੱਚ ਜਾ ਕੇ ਮੰਗਦਾ ਸ਼ੋਭਦਾ ਨਹੀਂ। ਜੀ ਕੀ ਏਕਾ ਹੀ ਪੈਮਾਨੀ। ਇਹਦੀ ਅਰਦਾਸ, ਇਹਦੀ ਫਰਿਆਦ, ਇਹਦੀ ਪੁਕਾਰ ਜਿਸ ਪ੍ਰਮਾਤਮਾ ਦਾ ਤਨ ਹੈ, ਮਨ ਹੈ, ਧਨ ਹੈ। ਜੇ ਕਿਤੇ ਲੋੜ ਪੈਂਦੀ ਹੈ, ਕਿਤੇ ਸਰੀਰ ਨੂੰ ਕੋਈ ਰੋਗ ਲੱਗਾ, ਉਹ ਅਰਦਾਸ ਵੀ ਮੈਂ ਤੇਰੇ ਚਰਨਾਂ 'ਚ ਕਰਾਂਗਾ। ਜੇ ਕਿਤੇ ਮਨ ਡੱਕੋ ਡੋਲੇ ਖਾਣ ਲੱਗਾ ਤੇ ਫਿਰ ਵੀ ਮੈਂ ਤੇਰੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਮਨ ਨੂੰ ਇਕਾਗਰਤਾ ਦੇ। ਜੇ ਕਿਤੇ ਮੈਨੂੰ ਧਨ ਦੀ ਲੋੜ ਪਈ, ਮਾਨ ਮੰਗੋ, ਤਾਨ ਮੰਗੋ, ਧਨ ਲక్ష్ਮੀ ਸੁੱਤ ਦੇ, ਮੈਂ ਮਾਨ ਵੀ ਤੇਰੇ ਤੋਂ ਮੰਗਾਂਗਾ। ਮੈਨੂੰ ਦੁਨੀਆ ਵਿੱਚ ਇੱਜ਼ਤ ਦੀ ਲੋੜ ਹੈ ਤੇ ਮੈਂ ਕਿਸੇ ਹੋਰ ਕੋਲ ਫਰਿਆਦ ਨਹੀਂ ਕਰਾਂਗਾ, ਕਿਉਂਕਿ ਦੁਨੀਆ ਵਿੱਚ ਜਿਹੜੀ ਇੱਜ਼ਤ ਪਰਮਾਤਮਾ ਦੇ ਦਰ ਘਰ 'ਚੋਂ ਮਿਲ ਜਾਂਦੀ ਹੈ, ਉਹ ਕਿਤੋਂ ਵੀ ਨਹੀਂ ਮਿਲਦੀ। ਭਾਵੇਂ ਆਪਾਂ ਦੇਖਦੇ ਹਾਂ ਕਿ ਬੰਦੇ ਨੇ ਜਦੋਂ ਰਾਜ ਸੱਤਾ ਵਿੱਚ ਆ ਕੇ ਥੋੜੀ ਬਹੁਤੀ ਇੱਜ਼ਤ ਮਾਣ ਪ੍ਰਾਪਤ ਕਰਦਾ ਹੈ, ਪਰ ਕੁਝ ਸਮੇਂ ਤੋਂ ਬਾਅਦ ਉਹ ਲੋਕ ਜਿਹੜੇ ਖੁਸ਼ਾਮਦੀਨ ਇੱਜ਼ਤ ਕਰਨ ਵਾਲੇ ਸਨ, ਉਹ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਾਉਂਦੇ। ਜਿਹੜਾ ਦਰ ਪਰਮਾਤਮਾ ਦੇ ਦਰ ਤੋਂ ਮਾਣ ਜਿਨ੍ਹਾਂ ਨੂੰ ਮਿਲਿਆ, ਉਹ ਫਿਰ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਜੇ ਮੈਨੂੰ ਤਾਣ ਬਲ ਦੀ ਲੋੜ ਪਈ, ਮੈਂ ਤੇਰੇ ਤੋਂ ਮੰਗਾਂਗਾ, ਕਿਉਂਕਿ ਜੀ ਕੀ ਏਕਾ ਹੀ ਪੈਮਾਨੀ। ਮਾਨ ਮੰਗੋ, ਤਾਨ ਮੰਗੋ,
ਧਨ ਦੀ ਲੋੜ ਪਵੇਗੀ ਮੈਂ ਤੇਰੇ ਤੋਂ ਮੰਗਾਂਗਾ, ਜੇ ਮੈਨੂੰ ਪੁੱਤਰ ਦੀ ਪ੍ਰਾਪਤੀ ਦੀ ਲੋੜ ਹੋਈ ਤੇਰੇ ਤੋਂ ਮੰਗਾਂਗਾ, ਤੇ ਜੇ ਮੈਂ ਦੇਹ ਅਰੋਗਤਾ ਦੀ ਗੱਲ ਚੱਲੀ ਉਹ ਵੀ ਤੇਰੇ ਚਰਨਾਂ 'ਚ ਅਰਦਾਸ ਕਰਾਂਗਾ, ਕਿਉਂਕਿ ਇਹ ਸਰੀਰ ਤਾਂ ਤੇਰਾ ਹੀ ਦਿੱਤਾ ਹੋਇਆ ਹੈ ਨਾ। ਜੀ ਕੀ ਏਕਾ ਹੀ ਪੈਮਾਨੀ, ਇਸ ਦੀ ਅਰਦਾਸ, ਇਸ ਦੀ ਪੁਕਾਰ ਇੱਕ ਪ੍ਰਮਾਤਮਾ ਦੇ ਚਰਨਾਂ 'ਚ ਕਬੂਲ ਹੁੰਦੀ ਹੈ। ਮਾਧੋ ਕੈਸੀ ਬਨੈ ਤੁਮ ਸੰਗੇ, ਤੇ ਦੂਸਰਾ ਬਚਨ ਕੀਤਾ ਰੇ ਜੀ ਨਲਾਜ ਲਾਜ ਤੋਹੇ ਨਾਹੀ। ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਜੇ ਪ੍ਰਮਾਤਮਾ ਵਾਹਿਗੁਰੂ ਤੂੰ ਮੈਨੂੰ ਕਿਸੇ ਹੋਰ ਦਾ ਜੇ ਮੁਤਾਜ ਕਰੇ ਨਾ, ਤੇ ਇਹਦੇ ਨਾਲੋਂ ਚੰਗਾ ਹੈ ਕਿ ਮੇਰੇ ਸਰੀਰ ਵਿੱਚੋਂ ਤੂੰ ਪ੍ਰਾਣ ਹੀ ਕੱਢ ਲੈ। ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਹੋਰ ਦਾ ਮੁਤਾਜ ਬਣਾ, ਕਿਉਂਕਿ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੈ ਨਾ ਦੇ, ਜੇ ਤੂੰ ਇਹ ਵੈ ਰੱਖ ਸੀ ਜੀਓ ਸਰੀਰੋ ਲੈ। ਜੇ ਕਿਸੇ ਹੋਰ ਦਾ ਮੁਤਾਜ ਬਣਾ ਤੇ ਮੇਰੇ ਸਰੀਰ ਚੋਂ ਜਿੰਦੀ ਕੱਢ ਲਵੀਂ, ਕਿਉਂਕਿ ਜੀ ਕੀ ਏਕਾ ਹੀ ਪੈਮਾਨੀ, ਇਸ ਜੀਵ ਦੀ ਇੱਕ ਪੁਕਾਰ ਅਰਦਾਸ ਪਰਮਾਤਮਾ ਦੇ ਚਰਨਾਂ ਵਿੱਚ ਹੀ ਮੰਨੀ ਜਾਂਦੀ ਹੈ, ਕਬੂਲ ਹੁੰਦੀ ਹੈ, ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਅਵਰ ਜਤਨ ਕਰ ਰਹੇ ਬਹੁ ਤੇਰੇ, ਜੀਵ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨ ਤੋਂ ਬਿਨਾ ਭਾਵੇਂ ਜਿੰਨੇ ਮਰਜੀ ਯਤਨ ਕਰ ਲਵੇ, ਬਿਨ ਤਿਲ ਨਹੀਂ ਕੀਮਤ ਜਾਣੀ। ਉਹਨਾਂ ਯਤਨਾਂ ਦੀ, ਕਰਮ ਕਾਂਡਾਂ ਦੀ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੋਂ ਬਿਨਾ, ਇੱਕ ਉਹਦਾ ਨਾਮ ਜਪੇ ਤੋਂ ਬਿਨਾ ਭਾਵੇਂ ਕਿੰਨੇ ਵੀ ਕਰਮ ਕਾਂਡ ਕਿਉਂ ਨਾ ਕਰੀ ਜਾਵੇ, ਤਿੰਨ ਤਿਲ ਨਹੀਂ ਕੀਮਤ ਜਾਣੀ। ਗੁਰਦੇਵ ਕਹਿੰਦੇ ਉਹਨਾਂ ਕਰਮ ਕਾਂਡਾਂ ਦੀ, ਉਹਨਾਂ ਫੋਕਟ ਕਰਮਾਂ ਦੀ ਪਰਮਾਤਮਾ ਦੇ ਦਰ ਤੇ ਇੱਕ ਤਿਲ ਜਿੰਨੀ ਵੀ ਕੀਮਤ ਨਹੀਂ ਪੈਂਦੀ, ਭਾਵੇਂ ਜਿੰਨੇ ਮਰਜ਼ੀ ਯਤਨ ਕਰੇ। ਇਸ ਲਈ ਚਾਹੀਦਾ ਹੈ ਕਿ ਉਹਦਾ ਨਾਮ ਜਪ ਕੇ, ਜੇ ਕਿਤੇ ਲੋੜ ਪਈ ਹੈ ਇਸ ਤਨ ਨੂੰ, ਮਨ ਨੂੰ, ਧਨ ਨੂੰ, ਫਿਰ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੇ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਇਸ ਸਰੀਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੋ ਸੀ, ਇਸ ਮਨ ਦੀ, ਇਸ ਸਰੀਰ ਦੀ ਅਤੇ ਸੱਚੇ ਧਨ ਦੀ, ਇਹੋ ਸਭ ਤੋਂ ਵੱਡੀ ਪ੍ਰਾਪਤੀ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਠੀਕ ਹੈ, ਦੁਨਿਆਵੀ ਧਨ ਦੀ ਲੋੜ ਹੈ ਸਰੀਰ ਦੀ ਪੂਰਤੀ ਵਾਸਤੇ, ਰੁਜ਼ਗਾਰ ਵਾਸਤੇ, ਪਰ ਗੁਰਦੇਵ ਕਹਿੰਦੇ ਨੇ ਇਹ ਕੱਚਾ ਧਨ ਕਦੇ ਆਉਂਦਾ ਹੈ ਕਦੇ ਚਲਾ ਜਾਂਦਾ ਹੈ, ਪਰ ਗੁਰਦੇਵ ਨੇ ਸਭ ਤੋਂ ਵੱਡੀ ਪ੍ਰਾਪਤੀ ਇਹ ਕਰਵਾਈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਜੋ ਮ੍ਰਿਤਿਉ ਤੋਂ ਰਹਿਤ ਕਰ ਦੇਣ ਵਾਲਾ, ਜੋ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ, ਇਹ ਬਹੁਤ ਬੇਸ਼ਕੀਮਤੀ ਹੀਰਾ ਹੈ। ਇਸ ਨਾਮ ਦੇ ਤੁਲ ਹੋਰ ਸਾਰੀਆਂ ਵਸਤੂਆਂ ਤੁੱਛ ਨੇ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਾਬਾ ਮੋਹਨ ਜੀ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਕਰਕੇ ਲੈ ਕੇ ਮਹਾਰਾਜ ਨੰਗੇ ਚਰਨੀ ਪੋਥੀਆਂ ਪਾਲਕੀ ਸਾਹਿਬ 'ਚ ਬਿਰਾਜਮਾਨ ਕਰਕੇ ਜਦੋਂ ਅੰਮ੍ਰਿਤਸਰ ਵੱਲ ਚੱਲਦੇ ਤੇ ਸਿੱਖਾਂ ਨੇ ਬੇਨਤੀ ਕੀਤੀ ਸੀ, ਸਤਿਗੁਰੂ ਮਹਾਰਾਜ ਦੂਜੀ ਪਾਲਕੀ 'ਚ ਆਪ ਸਵਾਰ ਹੋ ਜਾਵੋ। ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਕਿਉਂਕਿ ਸਾਨੂੰ ਇਹ ਨਿਰਮੋਲਕ ਹੀਰਾ ਪ੍ਰਾਪਤ ਹੋਇਆ ਹੈ, ਇਹ ਅਮੋਲਕ ਖਜ਼ਾਨਾ ਪ੍ਰਾਪਤ ਹੋਇਆ ਹੈ, ਇਸ ਦੀ ਬਰਾਬਰੀ ਕਿਤੇ ਵੀ ਨਹੀਂ ਕੀਤੀ ਜਾ ਸਕਦੀ। ਜਦੋਂ ਸਤਿਗੁਰੂ ਜੀ ਪਾਵਨ ਪੋਥੀਆਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਤੇ ਆਪ ਜੀ ਜਦੋਂ ਦੁੱਖ ਭੰਜਨੀ ਬੇਰੀ ਸਾਹਿਬ ਦੇ ਨੇੜੇ ਉਹ ਥੜਾ ਸਾਹਿਬ ਦੇਖਦੇ ਹੋ 68 ਘਾਟ ਵਾਲਾ, ਮਹਾਰਾਜ ਜੀ ਨੇ ਉੱਥੇ ਪੋਥੀਆਂ ਬਿਰਾਜਮਾਨ ਕੀਤੀਆਂ ਨੇ। ਸਤਿਗੁਰੂ ਜੀ ਨੇ ਉੱਥੇ ਪੋਥੀਆਂ ਬਿਰਾਜਮਾਨ ਕਰਕੇ ਇਹ ਪਾਵਨ ਬਚਨ ਉਚਾਰਨ ਕੀਤਾ ਸੀ, ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਸਤਿਗੁਰੂ ਜੀ ਕਹਿੰਦੇ ਸੱਚਾ ਧਨ ਪ੍ਰਾਪਤ ਕਰਕੇ, ਇਹ ਨਿਰਮੋਲਕ ਹੀਰਾ ਪ੍ਰਾਪਤ ਕਰਕੇ ਅਸੀਂ ਸੱਚੇ ਧਨ ਦੀ ਪ੍ਰਾਪਤੀ ਵਾਲੇ ਹੋ ਗਏ, ਅਸੀਂ ਵੱਡਿਆਂ ਭਾਗਾਂ ਵਾਲੇ ਹੋ ਗਏ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਜਿਹਦੇ ਬਰਾਬਰ ਹੋਰ ਕੋਈ ਵੀ ਵਸਤੂ ਜਿਹੜੀ ਹੈ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਮਹਾਰਾਜ ਕਹਿੰਦੇ ਨਿਰਮੋਲਕ ਹੈ,
ਉਥੇ ਬਚਨ ਕਹੇ ਸਨ, ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਮਹਾਰਾਜ ਕਹਿੰਦੇ ਇਹ ਹੀਰਾ ਕੈਸਾ ਹੈ, ਇਹ ਖਜ਼ਾਨਾ ਕੈਸਾ ਹੈ ਅੰਮ੍ਰਿਤ ਨਾਮ ਦਾ, ਇਹਨੂੰ ਜਿੰਨਾ ਮਰਜ਼ੀ ਖਾਈਏ ਖਰਚੀਏ ਵਰਤੀਏ, ਇਹ ਕਦੇ ਮੁੱਕਣ ਵਾਲਾ ਨਹੀਂ, ਇਹ ਕਦੇ ਨਿਖੁੱਟ ਹੋਣ ਵਾਲਾ ਨਹੀਂ, ਇਹ ਕਦੇ ਖੁੱਟਣ ਵਾਲਾ ਨਹੀਂ। ਸੋ ਇਹ ਪਾਵਨ ਨਾਮ ਦਾ ਖਜ਼ਾਨਾ ਐਸਾ ਹੈ, ਇਹਨੂੰ ਜਿੰਨਾ ਵਰਤਾਂਗੇ ਓਨਾ ਹੀ ਇਹਦੇ ਵਿੱਚ ਵਾਧਾ ਪਵੇਗਾ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਖਾਵੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਇਸ ਖਜ਼ਾਨੇ ਦਾ ਭਾਗੀਦਾਰ ਉਹ ਬਣਿਆ ਜਿਹਦੇ ਮੱਥੇ ਦੇ ਭਾਗ ਜਾਗ ਪਏ। ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਇਹ ਵੀ ਹੀਰਾ ਉਹਦੀ ਝੋਲੀ ਵਿੱਚ ਪਿਆ ਹੈ ਜਿਹਦੇ ਮੱਥੇ ਦੇ ਭਾਗ ਚੰਗੇ ਨੇ, ਪਰ ਇਹ ਹੀਰਾ ਦੁਨਿਆਵੀ ਜੋਰੀਆਂ ਕੋਲੋਂ ਪ੍ਰਾਪਤ ਹੋਣ ਵਾਲਾ ਨਹੀਂ ਹੈ। ਗੁਰ ਦੀਨੋ ਮੰਤਾਨੇ, ਇਹ ਜਿਹੜਾ ਨਾਮ ਰੂਪੀ ਹੀਰਾ ਸੀ, ਮੈਨੂੰ ਪੂਰਨ ਗੁਰਾਂ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਮਹਾਰਾਜ, ਸੋਢੀ ਸੁਲਤਾਨ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਆ ਹੈ, ਤੇ ਬਖਸ਼ਿਆ ਗੁਰਮੰਤਰ ਦੇ ਰੂਪ ਵਿੱਚ ਹੈ। ਗੁਰ ਦੀਨੋ ਮੰਤਾਨੀ, ਇਹ ਮੰਤਰ ਐਸਾ ਦਿੱਤਾ ਹੈ, ਇਸ ਮੰਤਰ ਦੀ ਬਰਾਬਰਤਾ ਹੋਰ ਕੋਈ ਵੀ ਨਹੀਂ ਕਰ ਸਕਦਾ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉ ਮੈਂ ਖੋਈ, ਇਹ ਮੰਤਰ ਦਿੱਤਾ। ਫਿਰ ਬੀਜ ਮੰਤਰ ਦਿੱਤਾ, ਫਿਰ ਇਸੇ ਤਰ੍ਹਾਂ ਮਹਾ ਮੰਤਰ ਬਖਸ਼ਿਆ, ਅਤੇ ਮੂਲ ਮੰਤਰ ਝੋਲੀ ਪਾਇਆ, ਮਾਲਾ ਮੰਤਰ ਬਖਸ਼ਿਆ ਹੈ। ਸੰਪੂਰਨ ਜਪਜੀ ਸਾਹਿਬ ਇੱਕੋ ਓੰਕਾਰ ਤੋਂ ਲੈ ਕੇ ਗਏ ਮਸਕਤ ਕਾਲ, ਇਹ ਗੁਰ ਸੰਗਤ ਜੀ ਮਾਲਾ ਮੰਤਰ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ। ਇਸ ਮੰਤਰ ਦੀ ਬਰਾਬਰਤਾ ਕੋਈ ਵੀ ਨਹੀਂ ਕਰ ਸਕਦਾ। ਲੋਕ ਚਾਹੁੰਦੇ ਨੇ ਕਿ ਆਪਾਂ ਸੁਖੀ ਹੋਈਏ, ਦੁਨਿਆਵੀ ਜਿਹੜੇ ਮੰਤਰ ਨੇ ਉਹਨਾਂ ਦੀ ਮਾਰ ਤੋਂ ਬਚ ਸਕੀਏ, ਤੇ ਮਹਾਰਾਜ ਕਹਿੰਦੇ ਫਿਰ ਤੂੰ ਇਹ ਗੁਰੂ ਦਾ ਦਿੱਤਾ ਹੋਇਆ ਮੰਤਰ, ਇਹਦੀ ਕਮਾਈ ਕਰੀ। ਇਸ ਮੰਤਰ ਅੱਗੇ ਉਹ ਹੋਰ ਮੰਤਰ ਸਾਰੇ ਤੁੱਛ ਨੇ। ਗੁਰਦੇ ਬਖਸ਼ਿਸ਼ ਕਰਦੇ ਨੇ, ਗੁਰ ਦੀਨੋ ਮੰਤਾਨੀ, ਮੇਰੇ ਪੂਰਨ ਗੁਰਾਂ ਨੇ ਕਿਰਪਾ ਕੀਤੀ ਹੈ, ਇਹ ਮੰਤਰ ਸਾਡੀ ਝੋਲੀ ਵਿੱਚ ਪਾਇਆ ਹੈ। ਕਹਿ ਨਾ ਡੋਲੇ ਦ੍ਰਿੜ ਕਰ ਰਹਿਓ, ਹੁਣ ਇਹ ਮੰਤਰ ਦੀ ਬਰਕਤ ਦੇ ਨਾਲ ਇਹ ਰਹਿਮਤ ਝੋਲੀ ਵਿੱਚ ਪਈ ਹੈ। ਡਿੱਗੈ ਨਾ ਡੋਲੇ ਦ੍ਰਿੜ ਕਰ ਰਹਿਓ, ਜਿਨ੍ਹਾਂ ਨੇ ਇਹ ਮੰਤਰ ਆਪਣੇ ਹਿਰਦੇ ਵਿੱਚ ਦ੍ਰਿੜ ਕੀਤਾ ਹੈ, ਜਿਨ੍ਹਾਂ ਨੇ ਇਹ ਮੰਤਰ ਦੀ ਕਮਾਈ ਕੀਤੀ ਹੈ ਨਾ, ਉਹ ਫਿਰ ਡਿੱਗ ਕੇ ਡੋਲਦੇ ਨਹੀਂ, ਜਾਂ ਉਹ ਡੋਲ ਕੇ ਡਿੱਗਦੇ ਨਹੀਂ। ਜਦੋਂ ਭਗਤ ਨਾਮਦੇਵ ਜੀ ਦਾ, ਵਾਹਿਗੁਰੂ ਭਗਤ ਸਾਹਿਬ ਜੀ ਦਾ ਇਹ ਪਾਵਨ ਬਚਨ ਪੜ੍ਹਦੇ ਹਾਂ ਕਿ ਜਦੋਂ ਭਗਤ ਜੀ ਨੂੰ, ਕਬੀਰ ਸਾਹਿਬ ਜੀ ਨੂੰ ਗੰਗਾ ਦੀਆਂ ਡੂੰਘੀਆਂ ਲਹਿਰਾਂ ਦੇ ਵਿੱਚ ਸੁੱਟਿਆ ਗਿਆ, ਤੇ ਭਗਤ ਜੀ ਜਦੋਂ ਬਾਹਰ ਆਉਂਦੇ ਨੇ ਗੰਗਾ ਦੀਆਂ ਲਹਿਰਾਂ ਤੋਂ, ਤੇ ਭਗਤ ਜੀ ਦੇ ਪ੍ਰੇਮੀਆਂ ਨੇ ਇਹ ਗੱਲ ਪੁੱਛੀ ਸੀ। ਕਹਿਣ ਲੱਗੇ, ਭਗਤ ਜੀ ਜਦੋਂ ਤੁਹਾਨੂੰ ਗੰਗਾ ਦੀਆਂ ਡੂੰਘੀਆਂ ਲਹਿਰਾਂ ਵਿੱਚ ਸੁੱਟਿਆ ਗਿਆ, ਤੁਹਾਡਾ ਮਨ ਡੋਲਿਆ ਨਾ ਜਦੋਂ ਤੁਸੀਂ ਗੰਗਾ ਦੀਆਂ ਲਹਿਰਾਂ ਵਿੱਚ ਡਿੱਗੇ? ਤੇ ਭਗਤ ਜੀ ਨੇ ਇਹੋ ਬਚਨ ਕਹੇ ਸਨ ਕਿ ਜਿਹਦੇ ਮਨ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਹੀ ਨਹੀਂ ਹੁੰਦਾ, ਤੇ ਉਹਦੇ ਤਨ ਨੂੰ ਫਿਰ ਡਰਾਉਣ ਦਾ ਕੀ ਲਾਭ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਤੇ ਮਨ ਕਿਹਦੇ ਨਾਲ ਨਹੀਂ ਡਿੱਗਦਾ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਨੇ ਗੁਰਮੰਤਰ ਨੂੰ ਦ੍ਰਿੜ ਕੀਤਾ ਹੈ, ਉਹ ਫਿਰ ਡੋਲ ਕੇ ਡਿੱਗਦੇ ਨਹੀਂ। ਉਹਨਾਂ ਦੇ ਮਨ ਵਿਕਾਰਾਂ ਵਿੱਚ ਡੋਲ ਕੇ ਅਤੇ ਨਰਕਾਂ ਵਿੱਚ ਜਾ ਕੇ ਨਹੀਂ ਡਿੱਗਦੇ, ਜਿਨ੍ਹਾਂ ਨੇ ਇਹ ਮੰਤਰ ਨੂੰ ਦ੍ਰਿੜ ਕੀਤਾ ਹੈ। ਪੂਰਨ ਹੋਏ ਤ੍ਰਿਪਤਾਨੀ, ਸਤਿਗੁਰੂ ਜੀ ਕਹਿੰਦੇ ਇੱਕ ਇਹੋ ਮੰਤਰ ਸੀ ਜਿਹਨੂੰ ਜਪ ਕਰਕੇ, ਪੂਰਨ ਪ੍ਰਭੂ ਦੇ ਮੰਤਰ ਨੂੰ ਜਪ ਕੇ, ਪੂਰਨ ਪ੍ਰਭੂ ਦੇ ਨਾਮ ਨੂੰ ਜਪ ਕੇ ਅਸੀਂ ਤ੍ਰਿਪਤ ਹੋ ਕੇ ਸਾਡਾ ਮਨ ਰੱਜ ਗਿਆ ਹੈ। ਨਹੀਂ ਤਾਂ ਜੇ ਦੁਨਿਆਵੀ ਧਨ ਦੀ ਗੱਲ ਕਰੀਏ, ਉਹ ਤਾਂ ਜਿੰਨਾ ਧਨ ਆਉਂਦਾ ਜਾਵੇ ਓਨੀ ਤ੍ਰਿਸ਼ਨਾ ਵੱਧਦੀ ਜਾਂਦੀ। ਕਦੇ ਮਨੁੱਖ ਨੇ ਕਿਹਾ ਹੈ ਕਿ ਮੈਂ ਰੱਜ ਗਿਆ, ਮੈਂ ਤ੍ਰਿਪਤ ਹੋ ਗਿਆ? ਕਹਿੰਦੇ ਇੱਕ ਸ਼ਾਹੂਕਾਰ, ਤੇ ਉਹਦਾ ਮੁਨੀਮ ਬੜਾ ਸਿਆਣਾ ਸੀ। ਸ਼ਾਹੂਕਾਰ ਨੇ ਆਪਣੇ ਮੁਨੀਮ ਨੂੰ ਕਿਹਾ ਕਿ ਹਿਸਾਬ ਲਾ ਕੇ ਮੇਰੇ ਖਜ਼ਾਨੇ 'ਚ ਦੱਸ ਕਿੰਨਾ ਧਨ ਹੈ। ਤੇ ਉਹਦਾ ਮੁਨੀਮ ਬੜਾ ਸਿਆਣਾ ਸੀ, ਉਹਨੇ ਹਿਸਾਬ ਕੀਤਾ ਤੇ ਸ਼ਾਮ ਨੂੰ ਸ਼ਾਹੂਕਾਰ ਨੂੰ ਆ ਕੇ ਦੱਸ ਦਿੱਤਾ। ਕਹਿਣ ਲੱਗਾ, ਸ਼ਾਹੂਕਾਰ ਜੀ ਆਪਣੇ ਖਜ਼ਾਨੇ 'ਚ ਇੰਨਾ ਧਨ ਹੈ ਕਿ ਤੁਹਾਡੀਆਂ 7 ਪੀੜ੍ਹੀਆਂ ਆਰਾਮ ਨਾਲ ਖਾ ਸਕਦੀਆਂ। ਉਹ ਸ਼ਾਹੂਕਾਰ ਰੋਣ ਲੱਗ ਪਿਆ। ਉਹ ਕਹਿੰਦਾ 7 ਖਾਣਗੀਆਂ ਤੇ 8ਵੀਂ ਕਿੱਥੇ ਜਾਵੇਗੀ? ਉਹ ਮੁਨੀਮ
ਬੜਾ ਹੈਰਾਨ ਹੋਇਆ ਕਿ 7 ਪੀੜ੍ਹੀਆਂ ਜੋਗਾ ਧਨ ਘਰ ਵਿੱਚ ਪਿਆ ਹੈ ਤੇ ਹਲੇ ਵੀ ਰੋਂਦਾ, 8ਵੀਂ ਕਿੱਥੇ ਜਾਵੇਗੀ। ਉਹ ਕਹਿਣ ਲੱਗਾ, ਇੰਨੇ ਕੰਜੂਸ ਸ਼ਾਹੂਕਾਰ ਦੇ ਕੋਲ ਨੌਕਰੀ ਕਰਨ ਦਾ ਫਾਇਦਾ ਹੀ ਕੀ ਹੈ। ਜਦੋਂ ਮਨੀਮ ਨੇ ਕਿਹਾ ਮੈਂ ਚੱਲਿਆ, ਤੇ ਸ਼ਾਹੂਕਾਰ ਨੂੰ ਪਤਾ ਸੀ ਕਿ ਇਹਦੀ ਸਿਆਣਪ ਦੇ ਨਾਲ ਇੰਨਾ ਧਨ ਜੁੜਿਆ ਹੈ। ਉਹ ਕਹਿਣ ਲੱਗਾ ਮਨੀਮ ਨੂੰ, ਤੂੰ ਜਾ ਨਾ, ਤੂੰ ਜੋ ਕਵੇਂਗਾ ਉਹ ਮੈਂ ਤੇਰੀ ਗੱਲ ਮੰਨਾਂਗਾ, ਜੇ ਤਨਖਾਹ ਕਵੇਂਗਾ ਤੇ ਤਨਖਾਹ ਵੀ ਦੁੱਗਣੀ ਕਰ ਦੇਵਾਂਗਾ। ਉਹ ਅੱਗੋਂ ਕਹਿੰਦਾ, ਨਹੀਂ ਤਨਖਾਹ ਦੁੱਗਣੀ ਨਹੀਂ ਚਾਹੀਦੀ, ਮੈਂ ਇੱਕ ਸ਼ਰਤ ਨਾਲ ਤੇਰੇ ਕੋਲ ਰਹਾਂਗਾ। ਉਹ ਕਹਿੰਦਾ ਦੱਸ। ਕਹਿੰਦਾ ਜੇ ਤੂੰ 1 ਸੇਰ ਆਟਾ ਰੋਜ਼ ਕਿਸੇ ਗਰੀਬ ਨੂੰ ਦਾਨ ਕਰੇ, ਇਹ ਵੀ ਪ੍ਰਮਾਤਮਾ ਕਿਰਪਾ ਕਰੇ ਨਾ, ਤੇ ਤਾਂ ਕਿਸੇ ਨੂੰ ਕੁਝ ਦਿੱਤਾ ਜਾ ਸਕਦਾ ਹੈ। ਨਹੀਂ ਤਾਂ ਘਰ ਭੰਡਾਰ ਭਰਿਆ ਹੋਵੇ ਪਰ ਦੇਣ ਨੂੰ ਚੇਤ ਹੀ ਨਹੀਂ ਕਰਦਾ। ਗੁਰਦੇਵ ਦਾ ਪਾਵਨ ਹੁਕਮ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੁ ਪਛਾਣੈ ਸੀ। ਮਹਾਰਾਜ ਕਹਿੰਦੇ 10 ਨੋਹਾਂ ਦੀ ਕਿਰਤ ਕਰ ਤੇ ਲੋੜਵੰਦ ਦੇ ਤਾਈਂ ਦਸਵੰਧ ਜ਼ਰੂਰ ਕੱਢ ਕੇ ਉਹਨੂੰ ਦਵੀਂ। ਹੁਣ ਉਹ ਸਵੇਰ ਤੋਂ ਲੈ ਕੇ ਇੱਕ ਸਿਰ ਆਟਾ ਖੜਾ ਹੋ ਗਿਆ, ਸ਼ਾਮ ਪੈ ਗਈ। ਉਹ ਦੇਖਦਾ ਰਿਹਾ ਮਨੀ, ਉਹਨੇ ਦੇਖਿਆ ਕਿ ਮੇਰਾ ਸ਼ਾਹੂਕਾਰ ਹੈ ਕੰਜੂਸ ਬੜਾ, ਇਹਨੇ ਇਹ ਏਦਾਂ ਨਹੀਂ ਦੇਣਾ। ਉਹ ਸ਼ਾਮ ਨੂੰ ਇੱਕ ਲੋੜਵੰਦ ਨੂੰ ਮੰਗਤੇ ਨੂੰ ਫੜ ਕੇ ਬਾਹੋਂ ਸ਼ਾਹੂਕਾਰ ਦੇ ਅੱਗੇ ਲੈ ਆਇਆ ਤੇ ਸ਼ਾਹੂਕਾਰ ਨੂੰ ਲਿਆ ਕੇ ਕਹਿੰਦਾ, ਸ਼ਾਹੂਕਾਰ ਜੀ ਇਹ ਮੰਗਤਾ ਹੈ, ਇਹ ਗਰੀਬ ਹੈ, ਇਹਦੀ ਝੋਲੀ ਆਟਾ ਪਾ ਦਿਓ। ਅੱਗੋਂ ਸ਼ਾਹੂਕਾਰ ਜਦੋਂ ਪਾਉਣ ਲੱਗਾ ਤੇ ਮੰਗਤੇ ਨੇ ਲੈਣ ਤੋਂ ਇਨਕਾਰ ਕਰਤਾ। ਉਹ ਸ਼ਾਹੂਕਾਰ ਕਹਿੰਦਾ, ਇਨਕਾਰ ਕਿਉਂ ਕਰਦਾ ਹੈ? ਮੰਗਤਾ ਕਹਿੰਦਾ, ਅੱਜ ਮੈਨੂੰ ਆਟਾ ਨਹੀਂ ਚਾਹੀਦਾ ਕਿਉਂਕਿ ਅੱਜ ਜੋਗਾ ਮੇਰੇ ਕੋਲ ਹੈ। ਤੇ ਸ਼ਾਹੂਕਾਰ ਕਹਿੰਦਾ, ਜੇ ਅੱਜ ਜੋਗਾ ਹੈ ਤੇ ਕੋਲ ਰੱਖ ਲੈ ਭਰਾਵਾ, ਕੱਲ ਨੂੰ ਵਰਤ ਲਵੀਂ। ਤੇ ਉਹ ਇਹਨੇ ਸੰਤੋਖ ਵਾਲਾ ਕਹਿਣ ਲੱਗਾ, ਜਿਹਨੇ ਅੱਜ ਦਿੱਤਾ ਉਹ ਮੈਨੂੰ ਕੱਲ ਵੀ ਜ਼ਰੂਰ ਦੇਵੇਗਾ। ਬੰਦੇ ਦੀ ਤ੍ਰਿਸ਼ਨਾ ਹੈ, ਜਿੰਨਾ ਧਨ ਕੋਲ ਆਵੇਗਾ ਮਹਾਰਾਜ ਕਹਿੰਦੇ ਉਨੀ ਤ੍ਰਿਸ਼ਨਾ ਵੱਧਦੀ ਜਾਵੇਗੀ। ਜੇ ਥੋੜਾ ਸੀ ਤੇ ਉਹਨੇ ਚ ਆਪਾਂ ਸਬਰ ਕਰਦੇ ਸੀ, ਅੱਜ ਬਹੁਤਾ ਆ ਗਿਆ, ਅੱਜ ਹੋਰ ਜਿਹੜੀ ਤ੍ਰਿਸ਼ਨਾ ਵੱਧ ਗਈ। ਸਤਿਗੁਰੂ ਕਹਿੰਦੇ ਕਦੇ ਵੀ ਧਨ ਦੇ ਨਾਲ ਬੰਦੇ ਦੀ ਤ੍ਰਿਪਤੀ ਨਹੀਂ ਹੁੰਦੀ। ਜੇ ਬੰਦਾ ਤ੍ਰਿਪਤ ਹੁੰਦਾ ਹੈ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪੂਰਨ ਹੋਏ ਤ੍ਰਿਪਤਾਨੀ। ਜੇ ਪੂਰਨ ਗੁਰੂ ਦੇ ਦਿੱਤੇ ਹੋਏ ਮੰਤਰ ਦੀ ਕਮਾਈ ਕਰੇਗਾ, ਸਤਿਗੁਰੂ ਕਹਿੰਦੇ ਉਹਨਾਂ ਦੇ ਮਨ ਹੀ ਤ੍ਰਿਪਤ ਹੋ ਕੇ ਰੱਜ ਗਏ ਨੇ। ਫਿਰ ਉਹ तमाम ਦੁਨੀਆ ਦੀ ਦੌਲਤ ਨੂੰ ਠੋਕਰ ਮਾਰ ਕੇ ਵੀ ਕਹਿੰਦੇ ਨੇ, ਜਿਹੜਾ ਧਨ ਸੱਚਾ ਸਾਡੇ ਕੋਲ ਹੈ, ਇਸ ਤੋਂ ਵੱਡਾ ਧਨ ਦੁਨੀਆ 'ਚ ਹੈ ਹੀ ਕੋਈ। ਜਿਸ ਤਰ੍ਹਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਬਹੁਤ ਜ਼ਿਆਦਾ ਲਾਲਚ ਦਿੱਤੇ ਗਏ, ਪਰ ਉਹਨਾਂ ਨੇ ਠੁਕਰਾ ਕੇ ਕਿਹਾ ਸੀ, ਨਹੀਂ ਸਾਨੂੰ ਇਸ ਝੂਠੇ ਧਨ ਦੀ ਲੋੜ ਨਹੀਂ, ਕਿਉਂਕਿ ਕਾਚਾ ਧਨ ਸੰਚੈ ਮੂਰਖ ਗਾਵਾਰ, ਮਨ ਮੁਖ ਭੂਲੇ ਅੰਧ ਗਾਵਾਰ, ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਪੂਰਨ ਹੋਏ ਤ੍ਰਿਪਤਾਨੀ। ਜਦੋਂ ਪੂਰਨ ਸਤਿਗੁਰਾਂ ਦੇ ਦਿੱਤੇ ਹੋਏ ਮੰਤਰ ਦੀ ਕਮਾਈ ਕਰਾਂਗੇ ਨਾ, ਉਹਦੇ ਨਾਲ ਹੀ ਇਹ ਮਨ ਤ੍ਰਿਪਤ ਹੋ ਕੇ ਰੱਜੇਗਾ। ਹੋਏ ਜੋ ਬੀਚ ਹਮ ਤੁਮ ਕਛ ਹੋਤੇ, ਇਸ ਨਾਮ ਧਨ ਦੀ ਬਰਕਤ ਦੇ ਨਾਲ ਸਤਿਗੁਰੂ ਕਹਿੰਦੇ ਪ੍ਰਾਪਤੀ ਹੋ ਗਈ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਜਿਹੜੇ ਸਾਡੇ ਵਿੱਚ ਪਾਉਣ ਵਾਲੇ ਸੀ ਮੇਰ ਤੇਰ ਦੇ ਵਿਤਕਰੇ, ਸਤਿਗੁਰੂ ਬਖਸ਼ਿਸ਼ ਕਰਦੇ ਹਨ। ਕੀ ਬਾਤ ਬਿਲਾਨੀ, ਉਹਨਾਂ ਦੀ ਹੁਣ ਬਾਤ ਬਿਲਾਨੀ ਦੂਰ ਚਲੀ ਗਈ, ਕਿਉਂਕਿ ਇਹ ਦੁਨਿਆਵੀ ਧਾਨੀ ਸੀ ਜਿਹੜਾ ਮੇਰ ਤੇਰ ਪਾ ਰਿਹਾ ਸੀ। ਭਾਵੇਂ ਇੱਕੋ ਹੀ ਮਾਂ ਦੇ ਪੇਟ ਚੋਂ ਜੰਮੇ ਹੋਏ 2 ਪੁੱਤਰ ਹੋਣ, ਭਰਾ ਹੋਣ, ਪਰ ਧਨ ਦੇ ਕਰਕੇ ਮੇਰ ਤੇਰ ਬਣ ਜਾਂਦੀ ਹੈ। ਇਹ ਮੇਰਾ ਹੈ, ਇਹ ਤੇਰਾ ਹੈ। ਜਦੋਂ ਕਿਤੇ ਵੰਡ ਕਰਨਾ ਪੈਂਦਾ ਹੈ, ਫਿਰ ਦੇਖਦੇ ਹਾਂ ਕਿੰਨੇ ਜ਼ਿਆਦਾ ਝਗੜੇ ਵੀ ਖੜੇ ਹੋ ਜਾਂਦੇ, ਕਿਉਂਕਿ ਇਹ ਦੁਨਿਆਵੀ ਧਨ ਹੈ, ਇਹਦੇ ਨਾਲ ਬੰਦਾ ਕਦੇ ਰੱਜਿਆ ਨਹੀਂ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਮੇਰ ਤੇਰ ਨੂੰ ਦੂਰ ਕਰਨ ਵਾਲਾ ਇੱਕ ਨਾਮ ਧਨ ਹੈ, ਇੱਕ ਗੁਰਮੰਤਰ ਹੈ। ਭਗਤ ਰਵਿਦਾਸ ਜੀ ਦੇ ਵੀ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਕਿ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ। ਅੱਗੇ ਬਖਸ਼ਿਸ਼ ਕਰਦੇ ਹਨ ਕਿ ਸਤਿਗੁਰੂ ਕਿਰਪਾ ਕਰਦੇ ਨੇ, ਜਿਹੜੀ ਮੇਰ ਤੇਰ ਖੜੀ ਕਰਨ ਵਾਲੀ ਹਉਮੈ ਸੀ ਨਾ, ਉਹ ਮਹਾਰਾਜ ਕਹਿੰਦੇ ਦੂਰ ਹੋ ਗਈ ਇਸ ਨਾਮ ਧਨ ਦੇ ਨਾਲ। ਤਿੰਨ ਕੀ ਬਾਤ ਬਿਲਾਨੀ, ਉਸ ਦੀ ਬਾਤ, ਉਸ ਦੀ ਗੱਲ ਦੂਰ ਚਲੀ ਗਈ ਹੈ। ਹੁਣ ਮੇਰ ਤੇਰ ਦਿਸਦੀ ਨਹੀਂ, ਹੁਣ ਜੋ ਵੀ ਦਿਸਦਾ ਹੈ
ਉਹ ਪ੍ਰਮਾਤਮਾ ਦਾ ਰੂਪ ਹੀ ਦਿਸਦਾ ਹੈ। ਉਹ ਕਿਸ ਤਰ੍ਹਾਂ ਦਿਸਦਾ ਹੈ, ਇਸ ਗੁਰਮੰਤਰ ਦੀ ਕਮਾਈ ਨਾਲ ਅੱਗੇ ਬਖਸ਼ਿਸ਼ ਕਰਦੇ ਨੇ। ਅਲੰਕਾਰ ਮਿਲ ਥੈਲੀ ਹੋਈ ਹੈ। ਅਲੰਕਾਰ ਮਿਲ ਥੈਲੀ ਹੋਈ ਹੈ। ਜਿਸ ਤਰ੍ਹਾਂ ਸੋਨਾ ਹੈ, ਜਦੋਂ ਸੋਨੇ ਨੂੰ ਕਠਾਲੀ ਵਿੱਚ ਪਾ ਕੇ ਢਾਲਿਆ ਜਾਂਦਾ ਹੈ, ਉਹ ਫਿਰ ਇੱਕ ਢੇਲੀ ਬਣ ਜਾਂਦਾ ਹੈ, ਇੱਕ ਥੈਲੀ ਬਣ ਜਾਂਦਾ ਹੈ। ਤੇ ਕਨਕ ਵਖਾਨੀ, ਫਿਰ ਕੌਣ ਕਹਿ ਸਕਦਾ ਹੈ ਉਸ ਡਲੀ ਨੂੰ, ਸੋਨੇ ਦੀ ਡਲੀ ਨੂੰ, ਕਿ ਚੂੜੀ ਕਿਹੜੀ ਹੈ, ਹਾਰ ਕਿਹੜਾ ਹੈ, ਮੁੰਦਰੀ ਕਿਹੜੀ ਹੈ? ਜਦੋਂ ਉਹਨੂੰ ਕਠਾਲੀ ਵਿੱਚ ਪਾ ਕੇ ਢਾਲ ਹੀ ਦਿੱਤਾ ਤੇ ਫਿਰ ਉਹ ਇੱਕ ਥੈਲੀ ਬਣ ਜਾਂਦੀ। ਸੱਚੀ ਜਿਨ੍ਹਾਂ ਨੇ ਗੁਰਮੰਤਰ ਦੀ ਕਮਾਈ ਕੀਤੀ ਹੈ ਨਾ, ਉਹਨਾਂ ਨੂੰ ਫਿਰ ਮੇਰ ਤੇਰ ਲੱਗਦੀ ਨਹੀਂ, ਕਿਉਂਕਿ ਜਿਹੜੀ ਮੇਰ ਤੇਰ ਪਾਉਣ ਵਾਲੀ ਗੱਲ ਸੀ ਉਹ ਤਾਂ ਚਲੀ ਗਈ। ਇਹ ਹਉਮੈ ਹੀ ਮੇਰ ਤੇਰ ਨੂੰ ਖੜੀ ਕਰਨ ਵਾਲੀ ਹੈ। ਇਹ ਮੇਰਾ ਹੈ, ਇਹ ਤੇਰਾ ਹੈ। ਇਹ ਹਉਮੈ ਨੇ ਕੰਧਾਂ ਖੜੀਆਂ ਕੀਤੀਆਂ ਨੇ, ਕੱਲੀਆਂ ਮਨੁੱਖਾਂ ਵਿੱਚ ਨਹੀਂ, ਕੱਲੇ ਪਰਿਵਾਰਾਂ ਵਿੱਚ ਨਹੀਂ, ਮਹੱਲਿਆਂ ਵਿੱਚ ਵੀ, ਸ਼ਹਿਰਾਂ ਵਿੱਚ ਵੀ, ਦੇਸ਼ਾਂ ਵਿੱਚ ਵੀ, ਇੱਥੋਂ ਤੱਕ ਕਿ ਧਰਮਾਂ ਨੂੰ ਵੰਡਣ ਵਾਲੀ ਵੀ ਇਹ ਹਉਮੈ ਹੈ। ਅਸਲ ਵਿੱਚ ਗੁਰਦੇਵ ਦਾ ਪਾਵਨ ਫਰਮਾਨ ਹੈ, ਸਰਬ ਧਰਮ ਮਹਿ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਦਰਬਾਰ ਚੋਂ ਇਹ ਆਵਾਜ਼ ਆਈ ਸੀ, ਦੇਵਰਾਓ ਮਸੀਤ ਸੋਈ, ਪੂਜਾਓ ਨਮਾਜ਼ ਹੋਈ, ਮਨ ਸਭੈ ਏਕਤਾ ਅਨੇਕ ਕੋ ਪਰਮਾਉ ਹੈ। ਮਹਾਰਾਜ ਦੇ ਘਰੋਂ ਇਹ ਆਵਾਜ਼ ਆਉਂਦੀ ਹੈ ਜੀ। ਜੇ ਮੰਦਿਰ ਵਿੱਚ ਹੈ, ਜੇ ਦਿਵਰੇ ਵਿੱਚ ਹੈ ਤੇ ਮੰਦਿਰ 'ਚ ਵੀ ਹੈ, ਜੇ ਪੂਜਾ ਵਿੱਚ, ਜੇ ਨਮਾਜ਼ 'ਚ ਹੈ ਤੇ ਉਹ ਪੂਜਾ ਵਿੱਚ ਵੀ ਹੈ। ਗੁਰਦੇਵ ਦੇ ਘਰੋਂ ਇਹ ਆਵਾਜ਼ ਆਈ ਸੀ ਕਿ ਮਾਨਸ ਕੀ ਜਾਤ ਸਭੈ ਏਕਾ ਪਹਿਚਾਨਬ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਇਹ ਹਉਮੈ ਹੀ ਹੈ ਜੀ, ਕਿਉਂਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਤੇ ਫਿਰ ਘਰ ਘਰ ਬਾਬਾ ਗਾਵੀਐ ਵਜਨ ਤਾਲ ਮਰਦੰਗ ਰਬਾਬਾ। ਭਾਈ ਗੁਰਦਾਸ ਜੀ ਗੰਗਾ ਜਾਣ ਵਾਲੇ ਅਤੇ ਮੱਕੇ ਤੇ ਜਾਣ ਵਾਲੇ ਸਾਰਿਆਂ ਦੇ ਘਰਾਂ ਵਿੱਚ ਇੱਕ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਉਪਦੇਸ਼ ਸੀ ਉਹ ਘਰ ਘਰ ਗਿਆ ਤੇ ਫਿਰ ਘਰ ਘਰ ਵਿੱਚ ਬਾਬਾ ਗੁਰੂ ਨਾਨਕ ਸਾਹਿਬ ਜੀ ਨੂੰ ਗਾਇਆ ਜਾਣ ਲੱਗਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰੋਂ ਹੀ ਇਹ ਉਪਦੇਸ਼ ਮਿਲਦਾ ਹੈ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰਬਾਰ ਹੈ, ਦਰਵਾਜ਼ੇ 4 ਨੇ ਜੀ, ਇੱਥੇ ਕੋਈ ਵੀ ਆ ਸਕਦਾ ਹੈ ਪਰ ਰਸਤਾ ਇੱਕ ਹੈ। ਦਰਵਾਜ਼ੇ 4 ਨੇ, ਰਸਤਾ ਇੱਕ ਹੈ। ਉਹਦਾ ਕਾਰਨ ਇੱਥੇ ਕੋਈ ਵੀ ਆਵੇ ਪਰ ਗੱਲ ਇੱਕ ਦੀ ਹੋਵੇਗੀ ਜੀ, ਗੱਲ ਇੱਕ ਪ੍ਰਮਾਤਮਾ ਦੀ ਹੋਵੇਗੀ, ਇੱਕ ਓੰਕਾਰ ਦੀ ਹੋਵੇਗੀ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਸ ਤਰ੍ਹਾਂ ਅਲੰਕਾਰ ਮਿਲ ਥੈਲੀ ਹੋਈ, ਜਿਸ ਤਰ੍ਹਾਂ ਜਿੰਨੇ ਮਰਜ਼ੀ ਗਹਿਣੇ ਇਕੱਠੇ ਕਰਕੇ ਜਦੋਂ ਉਹਨੂੰ ਢਾਲ ਦਈਏ ਤੇ ਫਿਰ ਉਹ ਇੱਕ ਥੈਲੀ, ਇੱਕ ਡਲੀ ਬਣ ਜਾਂਦੀ ਹੈ। ਤਾਂ ਤੇ ਕਣਕ ਵਖਾਨੀ, ਉਸ ਨੂੰ ਫਿਰ ਵੱਖਰਾ ਵੱਖਰਾ ਕਰਕੇ ਨਹੀਂ ਦੇਖਿਆ ਜਾ ਸਕਦਾ। ਇਹ ਜੇ ਬਖਸ਼ਿਸ਼ ਹੋਈ ਆ ਤੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਕੀਤੀ, ਕਿਉਂਕਿ ਜੇ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਤੇ ਉਹਦਾ ਕਾਰਨ ਹੀ ਇਹ ਸੀ। ਮਹਾਰਾਜ ਕਹਿਣ ਲੱਗੇ, ਬ੍ਰਾਹਮਣ ਦਾ ਜਨੇਊ ਹੋਰ, ਖੱਤਰੀ ਦਾ ਹੋਰ, ਤੇ ਸ਼ੂਦਰ ਦਾ ਹੋਰ, ਵੈਸ਼ ਦਾ ਹੋਰ, ਤੇ ਸ਼ੂਦਰ ਨੂੰ ਅਧਿਕਾਰ ਹੀ ਨਹੀਂ। ਔਰਤਾਂ ਦਾ ਕਲਿਆਣ ਕਿੱਦਾਂ ਹੋਵੇਗਾ? ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪੌਲ ਬਖਸ਼ੀ ਤੇ ਮਹਾਰਾਜ ਜੀ ਨੇ ਕਿਤੇ ਵੀ ਕੋਈ ਵਿਤਕਰਾ ਨਹੀਂ ਰੱਖਿਆ। ਇੱਥੇ ਖੱਤਰੀ ਹੈ, ਬ੍ਰਾਹਮਣ ਹੈ, ਸੂਦ ਹੈ, ਵੈਸ਼ ਹੈ, ਇੱਥੇ ਭਾਵੇਂ ਕੋਈ ਔਰਤ ਹੈ, ਉਹਨਾਂ ਸਾਰਿਆਂ ਨੂੰ ਇਹ 5 ਚੂਲੇ ਦੇ ਕਰਕੇ, 5 ਕਕਾਰ ਪਾ ਕਰਕੇ ਉਹਨਾਂ ਦੀ ਕਲਿਆਣ ਵਾਸਤੇ ਸਤਿਗੁਰਾਂ ਨੇ ਪੌਲ ਤਿਆਰ ਕੀਤੀ, ਕਿਉਂਕਿ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਘਰ 'ਚ ਸਾਰੇ ਵਿਤਕਰੇ ਮਿਟਾ ਦਿੱਤੇ। ਇੱਥੇ ਕੋਈ ਮੇਰ ਤੇਰ ਨਹੀਂ ਹੈ, ਇੱਥੇ ਕੋਈ ਉੱਚਾ ਨੀਵਾ ਨਹੀਂ ਹੈ, ਇੱਥੇ ਫਲਾਣੀ ਜਾਤ ਵਾਲਾ ਇੱਧਰ ਬੈਠੇ ਤੇ ਫਲਾਣੀ ਵਾਲਾ ਇੱਧਰ, ਏਦਾਂ ਨਹੀਂ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜਦੋਂ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਰਹਿਮਤ ਵਰਤਾਈ ਤੇ ਭਾਈ ਕਨਈਆ ਜੀ ਨੇ ਜਦੋਂ ਜੰਗ ਵਿੱਚ ਲੜਦੇ ਹੋਇਆਂ ਸਿੰਘਾਂ ਦੇ ਤਾਈਂ, ਜੰਗ ਕਰਦਿਆਂ ਦੇ ਤਾਈਂ ਜਦੋਂ ਮੁਗਲਾਂ ਨੂੰ ਪਾਣੀ ਪਿਲਾਉਣਾ ਸ਼ੁਰੂ ਕੀਤਾ, ਉਦੋਂ ਕਈਆਂ ਨੇ ਆ ਕੇ ਸ਼ਿਕਾਇਤ ਇਹੋ ਕੀਤੀ ਸੀ ਗੁਰੂ ਕਲਗੀਧਰ ਸਾਹਿਬ ਜੀ ਨੂੰ, ਮਹਾਰਾਜ ਅਸੀਂ ਮਾਰਦੇ ਥੱਕ ਜੰਨੇ ਆ ਤੇ ਤੁਹਾਡਾ ਸਿੱਖ ਭਾਈ ਕਨਈਆ ਇਹ ਤਾਂ ਉਹਨਾਂ ਜ਼ਖਮੀਆਂ ਨੂੰ ਪਾਣੀ ਪਿਆ ਕੇ ਫਿਰ ਜਿਉਂਦਾ ਕਰ ਦਿੰਦਾ ਹੈ। ਹੁਣ ਸਤਿਗੁਰੂ ਤਾਂ ਜਾਣਦੇ ਨੇ ਨਾ, ਪਰ ਗੁਰੂ ਕਲਗੀਧਰ ਸਾਹਿਬ ਜੀ ਨੇ ਇਹਨਾਂ ਦਾ ਭਰਮ ਦੂਰ ਕਰਨ ਲਈ ਮਹਾਰਾਜ ਜੀ ਨੇ ਬੁਲਾ ਲਿਆ। ਭਾਈ ਕਨਈਏ ਨੂੰ ਬੁਲਾ ਕੇ ਮਹਾਰਾਜ ਕਹਿੰਦੇ ਨੇ, ਕਨਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ। ਉਹਨਾਂ ਹੱਥ ਜੋੜ ਕੇ ਮਹਾਰਾਜ ਨੂੰ ਕਿਹਾ, ਸਤਿਗੁਰੂ ਹੁਕਮ। ਵੈਸੇ ਭਾਈ ਕਨਈਆ ਜੀ ਨੇ
ਗਲ ਵਿੱਚ ਸ੍ਰੀ ਸਾਹਿਬ ਵੀ ਪਾਈ ਹੈ ਜੀ, ਅੰਮ੍ਰਿਤ ਦੀ ਦਾਤ ਵੀ ਲਈ ਸੀ। ਤੇ ਜੇ ਕੋਈ ਪੁੱਛਦਾ ਸੀ ਕਿ ਤੁਸੀਂ ਸਾਰਿਆਂ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਦੇਖਦੇ ਹੋ, ਸਾਰਿਆਂ ਨੂੰ ਇੱਕ ਦੇਖਦੇ ਹੋ, ਤੇ ਫਿਰ ਇਹ ਤਲਵਾਰ ਕਾਹਦੇ ਵਾਸਤੇ ਪਾਈ? ਤੇ ਭਾਈ ਕਨਈਆ ਜੀ ਕਹਿੰਦੇ ਜਦੋਂ ਕੋਈ ਮਾਰਨ ਆਵੇਗਾ ਨਾ, ਤੇ ਮੈਂ ਕਹਾਂਗਾ ਮੈਨੂੰ ਮੇਰੇ ਗੁਰੂ ਦੀ ਦਿੱਤੀ ਹੋਈ ਤਲਵਾਰ ਦੇ ਨਾਲ ਮਾਰ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਐਸੀ ਸੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਪੁੱਛਦੇ ਨੇ ਭਾਈ ਕਨਈਆ ਜੀ ਨੂੰ, ਤੁਹਾਡੀ ਸ਼ਿਕਾਇਤ ਆਈ ਹੈ, ਇਹਨਾਂ ਕਿਹਾ ਕਿ ਤੁਸੀਂ ਪਾਣੀ ਪਿਲਾਉਂਦੇ ਹੋ ਤੇ ਫਿਰ ਜਿਉਂਦੇ ਕਰ ਦਿੰਦੇ ਹੋ। ਤੇ ਭਾਈ ਕਨਈਆ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਮੈਨੂੰ ਤਾਂ ਹੋਰ ਕੋਈ ਦਿਸਦਾ ਹੀ ਨਹੀਂ। ਭਾਈ ਵੀਰ ਸਿੰਘ ਨੇ ਬੜੀ ਸੋਹਣੀਆਂ ਸਤਰਾਂ ਲਿਖੀਆਂ ਨੇ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਕੋਈ ਦਿਸਦਾ, ਤੂੰ ਸਭਨੀ ਦਿਸ ਆਈ। ਭਾਈ ਨੰਦ ਲਾਲ ਜੀ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਕੋਈ ਦਿਸਦਾ, ਤੂੰ ਸਭਨੀ ਦਿਸ ਆਈ। ਧੰਨ ਗੁਰੂ ਕਲਗੀਧਰ ਸਾਹਿਬ ਸੁਣ ਕੇ ਮੁਸਕਰਾ ਪਏ, ਹੱਸੇ, ਗਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਮਹਾਰਾਜ ਕਹਿੰਦੇ ਕਨਈਆ ਜੀ ਨੂੰ, ਮਹਾਰਾਜ ਕਹਿੰਦੇ ਆਲਾ ਫੜ ਡੱਬੀ ਮਲਮ ਦੀ, ਜਿੱਥੇ ਪਾਣੀ ਪਿਲਾਉਣਾ ਉੱਥੇ ਮਲਮ ਵੀ ਲਾ ਕੇ ਆਪਣਾ ਫਰਜ਼ ਨਿਭਾ। ਇਹ ਹੈ ਬਖਸ਼ਿਸ਼ ਗੁਰੂ ਘਰ ਵਿੱਚੋਂ, ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ। ਕੋਈ ਨਹੀਂ ਦਿਸਦਾ ਤੁਰਕ ਅਤੁਰਕ, ਕੌਣ ਹਿੰਦੂ ਕੌਣ ਮੁਸਲਮਾਨ, ਕੌਣ ਈਸਾਈ ਕੌਣ ਮੁਸਾਈ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਜਿਹੜੀ ਇਹ ਗੱਲ ਸੀ ਨਾ ਮੇਰ ਤੇਰ ਖੜੀ ਕਰਨ ਵਾਲੀ, ਤਿੰਨ ਕੀ ਬਾਤ ਬਿਲਾਨੀ, ਉਹ ਗੱਲ ਹੀ ਹੁਣ ਚਲੀ ਗਈ, ਹੁਣ ਕੋਈ ਹੋਰ ਦਿਸਦਾ ਹੀ ਨਹੀਂ। ਜਿੱਧਰ ਵੀ ਦੇਖਦੇ ਆ ਤੇਰਾ ਹੀ ਰੂਪ ਦਿਸਦਾ ਹੈ। ਜਿਸ ਤਰ੍ਹਾਂ ਸਾਰੇ ਗਹਿਣੇ ਮਿਲ ਕੇ ਇੱਕ ਡਲੀ ਬਣ ਜਾਂਦੇ ਨੇ ਸੋਨੇ ਦੀ, ਉਹਨੂੰ ਫਿਰ ਸੋਨੇ ਨੂੰ ਵੱਖਰਾ ਕਰਕੇ ਨਹੀਂ ਦੇਖਿਆ ਜਾ ਸਕਦਾ। ਜਿਨ੍ਹਾਂ ਅੰਦਰ ਇਹ ਬਰਕਤ ਹੋਈ ਹੈ, ਜਿਨ੍ਹਾਂ ਨੇ ਗੁਰਮੰਤਰ ਦੀ ਕਮਾਈ ਕੀਤੀ ਹੈ, ਉਹਨਾਂ ਨੂੰ ਫਿਰ ਪ੍ਰਮਾਤਮਾ ਤੋਂ ਸਿਵਾ ਹੋਰ ਕੋਈ ਰੂਪ ਦਿਸਦਾ ਹੀ ਨਹੀਂ ਹੈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਇਸ ਨਾਮ ਦੀ ਬਰਕਤ ਦੇ ਨਾਲ ਹੁਣ ਪ੍ਰਮਾਤਮਾ ਦੀ ਜੋਤ ਅੰਦਰ ਪ੍ਰਗਟ ਹੋ ਗਈ ਹੈ। ਸਤਿਗੁਰੂ ਜੀ ਦਾ ਪਾਵਨ ਬਚਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ, ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਜਦੋਂ ਆਪਾਂ ਸ਼ੀਸ਼ੇ 'ਚ ਦੇਖਾਂਗੇ ਤੇ ਸ਼ੀਸ਼ੇ 'ਚ ਰੂਪ ਕਿਤੋਂ ਬਾਹਰੋਂ ਨਹੀਂ ਆਇਆ। ਜਦੋਂ ਆਪਾਂ ਸ਼ੀਸ਼ੇ ਅੱਗੇ ਖੜੇ ਹੋਵਾਂਗੇ ਤੇ ਆਪਣਾ ਰੂਪ ਦੇਸੀ ਪਵੇਗਾ। ਜਦੋਂ ਫੁੱਲ ਨੂੰ ਨੱਕ ਲਾ ਕੇ ਲਿਆਵਾਂਗੇ ਤੇ ਸੁਗੰਧੀ ਆਵੇਗੀ ਨਾ। ਜਿਹੜੇ ਪ੍ਰਮਾਤਮਾ ਨੂੰ ਬਾਹਰੋਂ ਲੱਭਣ ਚੱਲੇ ਨੇ, ਸਤਿਗੁਰੂ ਕਹਿੰਦੇ ਕਮਾਈ ਕਰਕੇ ਦੇਖ, ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ। ਅਸਲ ਵਿੱਚ ਤਾਂ ਕਮੀ ਆਪਣੇ 'ਚ ਹੈ, ਕਮਾਈ ਅਸੀਂ ਨਹੀਂ ਕਰ ਸਕੇ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਫਿਰ ਸਤ ਜਾਗੰਤਾ, ਪੀਓ ਮਦਰੋ ਧਨ ਮਤਵੰਤਾ। ਪੀਤੀ ਤਾਂ ਹਉਮੈ ਦੀ ਸ਼ਰਾਬ ਹੋਈ ਹੈ, ਹੁਣ ਸੁੱਤੀ ਪਈ ਹੈ ਅਵਿਦਿਆ ਦੀ ਨੀਂਦ ਵਿੱਚ। ਸੇਜਾ ਏਕੀ ਹੈ, ਪਤੀ ਨਾਲ ਮਿਲਾਪ ਕਿੱਦਾਂ ਹੋਵੇ? ਜਦੋਂ ਹਉਮੈ ਦੀ ਸ਼ਰਾਬ ਪੀ ਕੇ ਇਹ ਮਸਤ ਹੋਈ ਪਈ ਹੈ ਕਿ ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੇਰੇ ਵਰਗਾ ਧਨਾੜ ਕੋਈ ਨਹੀਂ, ਮੇਰੇ ਵਰਗਾ ਚਤੁਰ ਕੋਈ ਨਹੀਂ, ਮੈਂ ਇਹ ਕਰ ਸਕਦਾ, ਮੈਂ ਉਹ ਕਰ ਸਕਦਾ। ਜਦੋਂ ਉਹਨੂੰ ਦੇਖਿਆ ਹੀ ਨਹੀਂ, ਜਦੋਂ ਪਰਮਾਤਮਾ ਨੂੰ ਦੇਖਿਆ ਹੀ ਨਹੀਂ ਕਿ ਕਰਨ ਵਾਲਾ ਤੇ ਤੂੰ ਆਪ ਹੈ। ਜਿਨ੍ਹਾਂ ਨੇ ਇਹ ਕਿਹਾ ਕਿ ਸਾਡੇ ਵਿੱਚ ਕੋਈ ਸਿਆਣਪ ਨਹੀਂ, ਕੋਈ ਚਤੁਰਾਈ ਨਹੀਂ, ਕੋਈ ਸਾਡੀ ਆਪਣੀ ਅਕਲ ਨਹੀਂ, ਦਾਤਾ ਜੋ ਕੁਝ ਹੈ ਉਹ ਤੇਰਾ ਹੈ। ਕਬੀਰ ਤੇਰਾ ਤੁਝ ਕਉ ਸੌਂਪ ਤੇ ਕਿਆ ਲਾਗੈ ਮੇਰਾ। ਜਦੋਂ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਾਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਫਿਰ ਇਹ ਜੋਤ ਅੰਦਰ ਪ੍ਰਮਾਤਮਾ ਦੀ ਅੰਦਰ ਹਿਰਦੇ ਘਰ ਵਿੱਚ ਹੀ ਪ੍ਰਗਟ ਹੋ ਗਈ। ਜੇ ਅਨਹਤ ਬਾਨੀ, ਜਿਨ੍ਹਾਂ ਦੇ ਅੰਦਰ ਇਹ ਜੋਤ ਪ੍ਰਗਟ ਹੋਈ ਹੈ ਨਾ, ਉਹਨਾਂ ਦੇ ਫਿਰ ਅੰਦਰ ਇੱਕ ਰਸ ਆਨੰਦ ਦੇ ਵਾਜੇ ਵੱਜੇ ਨੇ। ਇਹ ਬਾਹਰਲੇ ਵਾਜੇ ਤਾਂ ਕੁਝ ਘੜੀਆਂ ਵਾਸਤੇ ਨੇ ਜੀ, ਬੰਦਾ ਮਨ ਪਰਚਾਵਾ ਕਰਨ ਲਈ ਕੁਝ ਵਜਾ ਲਏ, ਜਦੋਂ ਬੰਦ ਹੋਏ ਤੇ ਫਿਰ ਮਨ ਉਸੇ ਅਵਸਥਾ ਦੇ। ਪਰ ਜਿਨ੍ਹਾਂ ਦੇ ਅੰਦਰ ਜੋਤ ਪ੍ਰਗਟ ਹੋਈ ਹੈ, ਪ੍ਰਗਟ ਕਮਾਈ ਦੇ ਨਾਲ ਹੋਈ ਹੈ, ਉਹ ਕਮਾਈ ਗੁਰੂ ਦੇ ਦਿੱਤੇ ਹੋਏ ਮੰਤਰ ਦੀ ਜਿਨ੍ਹਾਂ ਨੇ ਕੀਤੀ। ਜਿਨ੍ਹਾਂ ਨੂੰ ਇਹ ਪਤਾ ਹੈ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਇਹ ਪ੍ਰਮਾਤਮਾ ਦੀ ਦਿੱਤੀ ਦਾਤ ਹੈ, ਉਹਦੇ ਸ਼ੁਕਰਾਨੇ ਵਿੱਚ ਜੁੜ ਜਾਈਏ। ਸਤਿਗੁਰੂ ਕਹਿੰਦੇ ਉਹਨਾਂ ਅੰਦਰ ਹੀ ਜੋਤ ਪ੍ਰਗਟ ਹੋਈ ਹੈ। ਫਿਰ ਉਹਨਾਂ ਅੰਦਰ ਇੱਕ ਰਸ ਆਨੰਦ ਦੇ ਵਾਜੇ ਵੱਜੇ ਹਨ। ਫਿਰ ਉਹਨਾਂ ਦੇ ਸ਼ੋਭਾ ਦੇ ਵਾਜੇ ਦਰਗਾਹ ਵਿੱਚ ਵੀ ਵੱਜੇ ਨੇ ਜੀ, ਉਹਨਾਂ ਦੇ ਦੁਨੀਆ 'ਚ ਵੀ ਵਾਜੇ ਵੱਜਦੇ ਨੇ। ਬੜੇ ਯਤਨ ਕੀਤੇ,
ਉਹਨਾਂ ਮੂਰਖਾਂ ਨੇ ਉਹਨਾਂ ਦੇ ਜਿਨ੍ਹਾਂ ਅੰਦਰ ਜੋਤ ਪ੍ਰਗਟ ਹੋਈ ਪਰਮਾਤਮਾ ਦੀ, ਉਹ ਪੂਰਨ ਬ੍ਰਹਮ ਗਿਆਨੀ, ਉਹਨਾਂ ਦੀ ਸ਼ੋਭਾ ਘਟਾਉਣ ਵਾਸਤੇ, ਪਰ ਉਹਨਾਂ ਦੀ ਸ਼ੋਭਾ ਘਟੀ ਨਹੀਂ। ਜਿਹੜੇ ਘਟਾਉਣ ਵਾਲੇ ਸਨ ਉਹਨਾਂ ਦੇ ਆਪਣੇ ਹੀ ਤੱਪੜ ਰੁਲ ਗਏ। ਉਹ ਦੇਖਦੇ ਹੀ ਆ ਨਾ ਜੀ, ਸਾਹਮਣੇ ਹੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਬਾਜੇ ਅਨਹਤ ਬਾਣੀ, ਉਹਨਾਂ ਦੇ ਇੱਕ ਰਸ ਸ਼ੋਭਾ ਦੇ ਵਾਜੇ ਵੱਜੇ ਹਨ। ਰੇ ਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸੁਭ ਦੇਵ, ਉਹਨਾਂ ਦੇ ਫਿਰ ਦਰਗਾਹ ਦੇ ਵਿੱਚ ਵੀ ਉਹਨਾਂ ਦੀ ਜੈ ਜੈਕਾਰਾਂ ਹੋਈਆਂ ਹਨ। ਨਾਨਕ ਨਹਿ ਚਲ ਘਰ ਬਾਧਿਓ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਮਨ ਨੂੰ ਹੁਣ ਨਿਹਚਲ ਘਰ ਬਾਂਧਿਓ। ਜਿਹੜਾ ਅਚਲ ਘਰ ਸੀ ਨਾ, ਉਸ ਜਗ੍ਹਾ ਇਸ ਮਨ ਨੂੰ ਬੰਨ ਲਿਆ ਹੈ। ਭਾਵ ਉੱਥੇ ਹੁਣ ਸਾਡਾ ਵਾਸਾ ਹੋ ਗਿਆ, ਜਿੱਥੇ ਫਿਰ ਆਵਣ ਜਾਣਾ ਨਹੀਂ ਹੈ। ਕਹਿਤ ਕਬੀਰ ਸੁਨ ਹੋ ਰੇ ਸੰਤੋ, ਖੇਤ ਹੀ ਕਰੋ ਨਬੇਰਾ। ਅਬ ਕੀ ਬਾਰ ਬਖਸ਼ ਬੰਦੇ ਕੋ ਬਾਹੁਰ ਨਾ ਭਉ ਜਲ ਫੇਰ। ਪਹਿਲਾਂ ਤੇ ਜਨਮ ਮਰਨ ਸੀ ਜੀ, ਦਿੱਤਾ ਪਰਮਾਤਮਾ ਦਾ ਤਨ ਮਨ ਧਨ, ਤੇ ਫਿਰ ਦੁਹਾਈ ਹੋਰ ਕਿਸੇ ਦੀ ਦਈ ਫਿਰਦੇ ਆ ਕਿ ਉਹਦਾ ਆ। ਮਹਾਰਾਜ ਕਹਿੰਦੇ ਨੇ ਜਿਨੇ ਇੱਕ ਦੇ ਸ਼ੁਕਰ ਵਿੱਚ ਜੁੜ ਗਏ, ਜਿਨੇ ਇੱਕ ਪਰਮਾਤਮਾ ਦੇ ਚਰਨਾਂ ਚ ਅਰਦਾਸ ਕੀਤੀ, ਜੀ ਕੀ ਏਕਾ ਹੀ ਪੈਮਾਨੀ। ਗੁਰੂ ਕੋਲੋਂ ਮੰਤਰ ਲੈ ਕੇ ਜਿਨ੍ਹਾਂ ਨੇ ਉਹਦੀ ਕਮਾਈ ਕੀਤੀ ਆ ਨਾ, ਉਹਨਾਂ ਦੇ ਹਿਰਦੇ ਵਿੱਚ ਇੱਕ ਰਸ ਵਾਜੇ ਵੱਜੇ ਨੇ। ਫਿਰ ਉਹਨਾਂ ਦਾ ਆਵਣ ਜਾਣਾ ਮੁੱਕ ਗਿਆ, ਉਹਨਾਂ ਦੇ ਫਿਰ ਬਾਰ-ਬਾਰ ਫੇਰੇ ਨਹੀਂ ਪੈਂਦੇ, ਉਹ ਅਚਲ ਘਰ ਦੇ ਵਿੱਚ ਟਿਕ ਗਏ ਹਨ। ਕੀਓ ਬੰਧਾਨੇ। ਸਤਿਗੁਰੂ ਇੱਥੇ ਸਮਾਪਤੀ ਕਰਦੇ ਹਨ ਇਸ ਪਾਵਨ ਸ਼ਬਦ ਦੀ। ਬਖਸ਼ਿਸ਼ ਕਰਦੇ ਨੇ ਕਿ ਇਹ ਕਿਰਪਾ ਮੇਰੇ ਗੁਰੂ ਨੇ ਆਪ ਹੀ ਰਹਿਮਤ ਕਰਕੇ ਤਰੁੱਟ ਕੇ ਕੀਤੀ ਹੈ। ਜੇ ਤੁਸੀਂ ਇਹ ਗੁਰਮੰਤਰ ਬਖਸ਼ਿਸ਼ ਕਰਕੇ ਸਾਡੀ ਝੋਲੀ ਨਾ ਪਾਉਂਦੇ, ਜੇ ਇਸ ਨੂੰ ਜਪਣ ਦੀ ਸਮਰੱਥਾ ਨਾ ਦਿੰਦੇ, ਤੇ ਫਿਰ ਕਿਸ ਤਰ੍ਹਾਂ ਆਪਾਂ ਅਚਲ ਘਰ ਦੇ ਵਿੱਚ ਆ ਕੇ ਟਿਕ ਸਕਦੇ ਸੀ। ਹੁਣ ਇਹ ਅਚਲ ਘਰ ਦੇ ਵਿੱਚ ਤਾਂ ਹੀ ਉਹ ਟਿਕੇ ਆ ਜੇ ਆਪ ਜੀ ਨੇ ਕਿਰਪਾ ਕਰਕੇ ਸਾਨੂੰ ਇੱਥੇ ਟਿਕਾ ਦਿੱਤਾ ਹੈ। ਸੋ ਇਹ ਪਾਵਨ ਸ਼ਬਦ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ। ਜੋ ਉਪਦੇਸ਼ ਆਪ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਸਾਡੇ ਹਿਰਦੇ ਘਰ ਵਿੱਚ ਵਸ ਜਾਵੇ, ਜਿਸ ਦੇ ਨਾਲ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਵਣ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਲੇਖੈ ਕਤਹਿ ਨਾ ਛੂਟੀਐ। ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।